ਪੰਜਾਬੀ ਨੈਸ਼ਨਲ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਕੋਲ ਬਹਿ ਕੇ ਸੁਣ ਸੱਜਣਾ ਦੇ ਵਿੱਚ। ਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਅੱਜ ਮੌਜੂਦ ਨੇ ਸਟੂਡੀਓ ਵਿੱਚ ਨਿੰਦਰ ਕੁੰਗਿਆਣਵੀ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਪੂਜਾ। ਕਹਿੰਦੇ ਨੇ ਕਿ ਚਿੱਠੀਆਂ ਦੇ ਨਾਲ ਖੁਸ਼ੀਆਂ ਖੇੜੇ ਵੀ ਵੰਡੇ ਜਾਂਦੇ ਨੇ, ਰੂਹਾਂ ਦਾ ਮਿਲਾਪ ਹੁੰਦਾ ਤੇ ਸੁੱਖ ਵੰਡੇ ਜਾਂਦੇ ਨੇ। ਇਸ ਨੂੰ ਸਿਰਫ ਅੱਖਰਾਂ ਦੀ ਲਿਖਾਵਟ ਨਾ ਸਮਝੀ, ਕਿਉਂਕਿ ਇਸ ਨਾਲ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਮਸਲੇ ਵੀ ਹੱਲ ਕੀਤੇ ਜਾਂਦੇ ਨੇ। ਤੇ ਤੁਹਾਨੂੰ ਮੇਰੀ ਗੱਲ ਤੋਂ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਅੱਜ ਅਸੀਂ ਕਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ। ਤੇ ਚਿੱਠੀਆਂ ਜਿਹੜੀਆਂ ਕਿ ਸਾਡੇ ਪੁਰਾਣੇ ਸਮਾਜ ਦੇ ਵਿੱਚ ਇੱਕ ਪਵਿੱਤਰ ਰਸਮ ਮੰਨੀ ਜਾਂਦੀ ਸੀ ਤੇ ਅੱਜ ਉਹ ਕਿਤੇ ਨਾ ਕਿਤੇ ਅਲੋਪ ਹੁੰਦੀ ਜਾ ਰਹੀ ਹੈ। ਤੇ ਨਿੰਦਰ ਜੀ, ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ? ਚਿੱਠੀਆਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ? ਪੂਜਾ, ਤੁਸੀਂ ਭੂਮਿਕਾ ਦੇ ਸ਼ਬਦਾਂ 'ਚ ਗੱਲ ਜਿਹੜੀ ਕੀਤੀ ਹੈ, ਮੁੱਢਲੇ ਸ਼ਬਦਾਂ 'ਚ ਜੀ, ਚਿੱਠੀ ਜਿਹੜੀ ਹੈ ਨਾ, ਇਹ ਮਨੁੱਖ ਦੇ ਜੀਵਨ ਦੇ ਵਿੱਚ ਇੰਨਾ ਵੱਡਾ ਰੋਲ ਅਦਾ ਕਰਦੀ ਹੈ, ਇਹਦਾ ਇੰਨਾ ਵੱਡਾ ਮਹੱਤਵ ਹੈ ਜੀ ਕਿ ਸਾਨੂੰ ਇਹਦਾ ਇਲਮ ਤੇ ਇਲਹਾਮ ਬਾਅਦ ਵਿੱਚ ਹੁੰਦਾ ਜਦੋਂ ਅਸੀਂ ਚਿੱਠੀ ਲਿਖਦੇ ਹਾਂ ਜੀ, ਜਾਂ ਜਦੋਂ ਅਸੀਂ ਚਿੱਠੀ ਪੜ੍ਹਦੇ ਹਾਂ ਜੀ। ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਨੂੰ ਚਿੱਠੀ ਲਿਖਣੀ ਹੋਵੇ, ਹੈ ਨਾ ਜੀ, ਤੇ ਰਾਤ ਨੂੰ ਲਿਖ ਕੇ ਬੰਦ ਕਰ ਦਿਓ, ਜੋੜੋ ਨਾ ਜੀ, ਰੱਖ ਲਓ, ਸਵੇਰੇ ਉੱਠ ਕੇ ਨਿਰਣੇ ਕਾਲਜੇ ਜੀ, ਸੁੱਚੇ ਮੂੰਹ ਸ਼ੀਤਲ ਮਨ ਨਾਲ ਉਹਨੂੰ ਪੜੋ। ਅੱਛਾ, ਜਦੋਂ ਪੜੂਗੇ ਤੇ ਤੁਹਾਨੂੰ ਲੱਗੂਗਾ ਕਿ ਰਾਤ ਮੈਂ ਗੁੱਸੇ 'ਚ ਕੋਈ ਕੌੜਾ ਕਸੈਲਾ ਸ਼ਬਦ ਲਿਖਤਾ ਤੇ ਤੁਸੀਂ ਉਹਨੂੰ ਕੱਟ ਦਿਓਗੇ ਜੀ ਜੀ, ਤਾਂ ਜੋ ਚਿੱਠੀ ਪਾਉਣ ਵਾਲੇ ਨੂੰ ਜਿਹਨੂੰ ਤੁਸੀਂ ਪਾਈ ਹੈ ਉਹਦੇ ਤੇ ਤੁਹਾਡੇ ਰਿਸ਼ਤੇ ਦੇ ਵਿੱਚ ਕੋਈ ਕੌੜਾ ਕਸੈਲਾ ਸ਼ਬਦ ਨਾ ਹੋਵੇ, ਤਰੇੜ ਨਾ ਪਾ ਦੇਵੇ। ਇਹ ਵੱਡੇ ਕਹਿੰਦੇ ਹੁੰਦੇ ਸੀ ਜੀ ਕਿ ਚਿੱਠੀ ਰਾਤ ਨੂੰ ਲਿਖ ਕੇ ਸੌ ਜਾਓ, ਸਵੇਰੇ ਸੁੱਚੇ ਮੂੰਹ ਉੱਠ ਕੇ ਚਿੱਠੀ ਪੜ੍ਹ ਲਓ। ਇੰਨਾ ਵੱਡਾ ਮਹੱਤਵ ਸਾਡੀ ਜ਼ਿੰਦਗੀ 'ਚ, ਮਨੁੱਖ ਦੀ ਜ਼ਿੰਦਗੀ 'ਚ ਚਿੱਠੀਆਂ ਦਾ ਹੈ। ਔਰ ਚਿੱਠੀਆਂ ਸਾਡੇ ਸਮਾਜ ਨੂੰ ਬੜਾ ਕੁਛ ਦਿੰਦੀਆਂ ਰਹੀਆਂ। ਜੇ ਚਿੱਠੀਆਂ ਨਾ ਹੁੰਦੀਆਂ ਤਾਂ ਸਾਡਾ ਸਮਾਜ ਬਹੁਤ ਅਧੂਰਾ ਹੋਣਾ ਸੀ। ਹੁਣ ਭਾਵੇਂ ਚਿੱਠੀਆਂ ਦੀ ਮਹੱਤਤਾ ਨਹੀਂ ਰਹੀ, ਪਰ ਉਹਨਾਂ ਦਾ ਰੋਲ, ਉਹਨਾਂ ਦਾ ਮਹੱਤਵ, ਉਹਨਾਂ ਦੀ ਮਹਿਮਾ ਚਿੱਠੀਆਂ ਦੀ ਅਸੀਂ ਅੱਜ ਵੀ ਗੱਲਾਂ ਕਰ ਰਹੇ ਹਾਂ। ਬਿਲਕੁਲ। ਸੋ ਇਸ ਕਰਕੇ ਜਿਹੜੀ ਚਿੱਠੀ ਆ ਉਹ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਗਤੀਸ਼ੀਲ ਜਿਹੜੀ ਹੈ, ਜਾਂ ਪਰਿਵਰਤਨ ਹੈ, ਜਾਂ ਰਿਸ਼ਤਾ ਹੈ, ਜਾਂ ਮੇਲ ਹੈ, ਮੋਹ ਹੈ, ਮਿਲਾਪ ਹੈ, ਤਾਂਘਾਂ ਨੇ, ਸਾਡੇ ਸੰਸਮਰਨ ਨੇ, ਸਾਡੀਆਂ ਯਾਦਾਂ ਨੇ, ਸਾਡੇ ਸਮੇਂ ਦੇ ਹਾਲਾਤ ਨੇ, ਸਾਡੀ ਨਜ਼ਾਕਤ ਹੈ, ਸਾਡੀ ਲਿਆਕਤ ਹੈ, ਸਾਡੀ ਨਫਾਸਤ ਹੈ। ਇਹ ਸਾਰਾ ਕੁਝ ਚਿੱਠੀਆਂ ਪੇਸ਼ ਕਰਦੀਆਂ ਸੀ। ਤੇ ਜੇਕਰ ਹੁਣ ਆਪਾਂ ਗੱਲ ਕਰੀਏ ਕਿ ਤੁਹਾਡੇ ਸਮੇਂ ਦੇ ਵਿੱਚ, ਜਿੱਦਾਂ ਜੇ ਮੈਂ ਹੁਣ ਆਪਣੀ ਗੱਲ ਕਰਨਾ ਇਕੱਲੀ, ਕਿ ਬਚਪਨ ਦੇ ਵਿੱਚ ਮੈਂ ਆਪਣੇ ਬਚਪਨ ਦੇ ਵਿੱਚ ਬਹੁਤ ਸਾਰੀਆਂ ਚਿੱਠੀਆਂ ਪੜ੍ਹੀਆਂ ਤੇ ਲਿਖੀਆਂ, ਕਿਉਂਕਿ ਉਸ ਸਮੇਂ STD ਹੁੰਦੀ ਸੀ ਤੇ ਉਹ ਇੰਨੇ ਕੁ ਮਹਿੰਗੇ ਹੁੰਦੇ ਸੀ ਕਿ ਮੈਨੂੰ ਲੱਗਦਾ ਨਹੀਂ ਸੀ ਕਿ ਸਾਡੇ ਕੋਲ ਇੰਨੇ ਪੈਸੇ ਹੁੰਦੇ ਸੀ ਕਿ ਅਸੀਂ ਜਾ ਕੇ STD ਤੇ ਕਾਲ ਕਰ ਸਕੀਏ। ਤੇ ਉਸ ਸਮੇਂ ਚਿੱਠੀਆਂ ਲਿਖੀਆਂ ਜਾਂਦੀਆਂ ਸੀਗੀਆਂ। ਤੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ, ਜੇ ਮਤਲਬ ਮੈਂ ਗੱਲ ਕਰਾਂ ਕਿ ਆਪਣੇ ਬਚਪਨ 'ਚ ਮੈਂ ਚਿੱਠੀਆਂ ਪੜ੍ਹੀਆਂ ਨੇ, ਲਿਖੀਆਂ ਨੇ, ਤੇ ਤੁਸੀਂ ਵੀ ਆਪਣੇ ਜੀਵਨ 'ਚ ਬੜੀਆਂ ਚਿੱਠੀਆਂ ਲਿਖੀਆਂ ਤੇ ਪੜ੍ਹੀਆਂ ਹੋਣਗੀਆਂ, ਉਹਨਾਂ ਬਾਰੇ ਦੱਸੋ ਕੁਝ। ਮੈਂ ਪੂਜਾ ਤੁਹਾਨੂੰ ਦੱਸਦਾ ਕਿ ਕੋਈ ਬੰਦਾ, ਹੁਣ ਦੀ ਪੀੜ੍ਹੀ ਦੀ ਨਹੀਂ ਮੈਂ ਗੱਲ ਕਰਦਾ, ਕੋਈ ਵੀ ਬੰਦਾ ਇਹੋ ਜਿਹਾ ਨਹੀਂ ਜਿਹਨੇ ਆਪਣੇ ਜੀਵਨ 'ਚ ਕਦੇ ਚਿੱਠੀ ਨਾ ਲਿਖੀ ਹੋਵੇ। ਕਿਸੇ ਨੇ ਫੌਜੀ ਮਾਮੇ ਨੂੰ ਚਿੱਠੀ ਲਿਖੀ ਹੋਣੀ, ਕਿਸੇ ਨੇ ਪ੍ਰਦੇਸ਼ ਬੈਠੀ ਭੈਣ ਨੂੰ ਚਿੱਠੀ ਲਿਖੀ ਹੋਣੀ, ਹਨਾ, ਕਿਸੇ ਭੈਣ ਨੇ ਆਪਣੇ ਭਰਾ ਫੌਜੀ ਨੂੰ ਚਿੱਠੀ ਲਿਖੀ ਹੋਣੀ, ਕਿਸੇ ਮਾਂ ਨੇ ਆਪਣੇ ਪ੍ਰਦੇਸੀ ਪੁੱਤ ਨੂੰ ਚਿੱਠੀ ਲਿਖੀ ਹੋਣੀ, ਕਿਸੇ ਪੁੱਤ ਨੇ ਮਾਂ ਨੂੰ ਚਿੱਠੀ ਲਿਖੀ ਹੋਣੀ। ਔਰ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਚਿੱਠੀਆਂ ਦਾ ਬੜਾ ਰੋਲ ਆ, ਬੜਾ ਮਹੱਤਵ ਰੋਲ ਆ। ਤੁਸੀਂ ਕੀਤੀ STD PCO ਦੀ ਗੱਲ, ਮੈਂ ਗੱਲ ਕਰਦਾ ਕਿ STD PCO ਨਹੀਂ ਸੀ ਹਾਲੇ ਆਇਆ ਤੇ ਉਦੋਂ ਲੋਕ ਤਾਰਾਂ ਪਾਉਂਦੇ ਹੁੰਦੇ ਸੀ। ਅੱਛਾ, ਮੈਂ ਬਹੁਤ ਛੋਟਾ ਸੀ ਤੇ ਤਾਰ ਪਾਉਣੀ, ਫਾਰ ਐਗਜ਼ਾਮਪਲ ਕਿ ਜਿਹੜੀ ਐਕਸਚੇਂਜ ਹੁੰਦੀ ਸੀ ਟੈਲੀਫੋਨ ਦੀ, ਲੈਂਡਲਾਈਨ ਫੋਨਾਂ ਦੀ, ਉਹਦੇ ਵਿੱਚ ਤਾਰ ਪਾਉਣੀ ਕਿ ਇਹ ਫੌਜੀ ਪੁੱਤ ਨੂੰ ਸੁਨੇਹਾ, ਪਰਦੇਸੀ ਪੁੱਤ ਨੂੰ ਸੁਨੇਹਾ, ਜਾਂ ਉਧਰੋਂ ਤਾਰ ਆਉਣੀ ਜਾਂ ਇਧਰੋਂ ਤਾਰ ਜਾਣੀ। ਤੇ ਉਹ ਤਾਰ ਦਾ ਮਤਲਬ ਬੜਾ ਖਤਰਨਾਕ ਲਿਆ ਜਾਂਦਾ ਸੀ ਕਿ ਸੁੱਖ ਹੋਵੇ ਤਾਰ ਆਈ ਆ। ਅੱਛਾ, ਠੀਕ ਹੈ। ਔਰ ਉਦੋਂ ਬਾਅਦ ਪਰਿਵਰਤਨ ਆਉਂਦਾ,
ਲੈਂਡਲਾਈਨ ਫੋਨ ਪਿੰਡੋਂ ਪਿੰਡ ਲੱਗਣੇ ਸ਼ੁਰੂ ਹੋਏ। ਜੇ ਕਿਸੇ ਦੇ ਘਰੇ ਫੋਨ ਲੱਗ ਜਾਂਦਾ ਸੀ ਤੇ ਉਹਦੀ ਪਿੰਡ 'ਚ ਬੜੀ ਚੜ੍ਹਤ ਹੋ ਜਾਂਦੀ ਸੀ। ਠੀਕ ਹੈ। ਫਿਰ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਫਿਰ ਸੰਚਾਰ ਸਾਧਨ ਆਏ। ਆ ਟਿਕ ਟਿਕ ਆਈ, ਜਿਹੜੀ ਡੱਬੀ ਤੇਰੇ ਕੋਲੇ ਉਹੀ ਡੱਬੀ ਮੇਰੇ ਕੋਲੇ ਆ। ਠੀਕ ਹੈ। ਇਹਨੇ ਚਿੱਠੀਆਂ ਦਾ ਜਿਹੜਾ ਸੀ ਵੇਲਾ ਤੇ ਵਕਤ ਤੋਂ ਖੁੰਝਾ ਦਿੱਤਾ। ਪਰ ਸੌਖਾ ਵੀ ਹੋਇਆ ਮਨੁੱਖ, ਪਰ ਸਾਡੇ ਅੰਦਰੋਂ ਸੰਵੇਦਨਾ ਮਾਰੀ ਇਹਨਾਂ ਡੱਬੀਆਂ ਨੇ, ਇਹਨੀ ਟਿਕ ਟਿਕ ਨੇ ਸਾਡੇ ਅੰਦਰ ਸੰਵੇਦਨਾ ਮਾਰ ਦਿੱਤੀ। ਮੈਂ ਤੈਨੂੰ ਦੱਸਦਾ, ਮੈਂ ਨਿੱਕਾ ਜਿਹਾ ਸੀ ਜੀ ਤੇ ਮੈਨੂੰ ਮੇਰੀ ਭੂਆ ਚਿੱਠੀ ਲਿਖਦੀ ਹੁੰਦੀ ਸੀ। ਅੱਛਾ। ਤੇ ਮੈਂ ਉਹਨੂੰ ਭੂਆ ਨੂੰ ਚਿੱਠੀ ਲਿਖਦਾ ਹੁੰਦਾ ਸੀ। ਮੋਸਟਲੀ ਮੈਂ ਆਪਣੇ ਕਾਫੀ ਰਿਸ਼ਤੇਦਾਰਾਂ ਨੂੰ ਚਿੱਠੀ ਲਿਖਦਾ ਹੁੰਦਾ ਸੀ। ਪੋਸਟ ਕਾਰਡ 15 ਪੈਸੇ ਵਾਲਾ ਪੀਲਾ ਜੀ 15 ਪੈਸੇ ਦਾ ਹੁੰਦਾ ਸੀ ਉਹ ਜੀ। ਔਰ ਚਿੱਠੀ ਲਿਖਦਿਆਂ ਇੱਕ ਤੁਹਾਨੂੰ ਅਨੁਭਵ ਹੋਣਾ, ਅਹਿਸਾਸ ਹੋਣਾ ਕਿ ਜਿਹਨੂੰ ਮੈਂ ਲਿਖ ਰਿਹਾ ਮੈਂ ਉਹਦੇ ਨਾਲ ਬੈਠਾ ਗੱਲਾਂ ਕਰ ਰਿਹਾ। ਇਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੁੰਦੀ ਸੀ। ਤੇ ਬੰਦਾ ਉਹਦੇ ਪਿਆਰ 'ਚ, ਉਹਦੇ ਮੋਹ 'ਚ, ਉਹਦੀ ਅਪਣੱਤ 'ਚ, ਉਸ ਰਿਸ਼ਤੇ ਦੀ ਗੂੜੀ ਛਾਂ ਦੇ ਵਿੱਚ ਭਿੱਜ ਜਾਂਦਾ ਸੀ। ਤੋ ਮੇਰੀ ਭੂਆ ਨੇ ਮੈਨੂੰ ਬਹੁਤ ਚਿੱਠੀਆਂ ਲਿਖੀਆਂ। ਤੇ ਪਿਛਲੇ ਦਿਨਾਂ 'ਚ ਨਾ ਮੈਂ ਘਰੇ ਸੀ, ਵਿਹਲਾ ਸੀ, ਤੇ ਮੈਂ ਬੋਰੇ ਦੇ ਵਿੱਚ ਦੇਖਿਆ ਇੰਨੀਆਂ ਚਿੱਠੀਆਂ ਪਈਆਂ। ਅੱਛਾ। ਮੈਂ ਉਹ ਛਾਂਟਣ ਲੱਗ ਗਿਆ, ਜਿਵੇਂ ਡਾਕਖਾਨੇ ਵਾਲੇ ਛਾਂਟਦੇ। ਅੱਛਾ। ਛਾਂਟਦਿਆਂ ਮੇਰੀ ਭੂਆ ਦੀ ਚਿੱਠੀ ਇੱਕ ਮੇਰੇ ਹੱਥ ਲੱਗ ਗਈ। ਜਦੋਂ ਮੈਂ ਪੜ੍ਹੀ ਜੀ 25 ਸਾਲ ਪਹਿਲਾਂ ਦੀ ਚਿੱਠੀ। ਅੱਛਾ, ਇੰਨੀ ਪੁਰਾਣੀ। ਹਾਂ, ਪੋਸਟ ਕਾਰਡ। ਤੇ ਪੜ੍ਹਦਿਆਂ ਮੇਰੀਆਂ ਅੱਖਾਂ ਨਮ ਹੋ ਗਈਆਂ। ਉਹ ਅਹਿਸਾਸ ਜਿਹੜੇ ਉਸ ਸਮੇਂ ਦੇ ਵਿੱਚ ਲਿਖੇ ਗਏ ਸੀ, ਉਹ ਅਹਿਸਾਸ ਫਿਰ ਅੰਦਰ ਤੋਂ ਇੱਕ ਵਾਰੀ ਭਰ ਗਏ। ਨਮ ਹੋ ਗਈਆਂ। ਤਾਂ ਮੈਂ ਉਹਨੂੰ ਫੇਸਬੁੱਕ ਤੇ ਪਾਇਆ ਚਿੱਠੀ ਨੂੰ ਜੀ। ਤੇ ਉਹ ਪਾਠਕਾਂ ਨੇ ਇੰਨਾ ਪਿਆਰ ਦਿੱਤਾ ਕਿ ਕਿਉਂਕਿ ਚਿੱਠੀ ਲਿਖਣ ਵਾਲੀ ਭੂਆ ਇਸ ਸੰਸਾਰ ਤੇ ਨਹੀਂ ਸੀ ਜੀ। ਚਿੱਠੀ ਪੜ੍ਹਨ ਵਾਲਾ ਭਤੀਜਾ ਉਹਦੀ ਚਿੱਠੀ ਪੜ੍ਹ ਰਿਹਾ ਸੀ। ਉਹਦੇ ਲਿਖੇ ਹੋਏ ਸ਼ਬਦ, ਇਬਾਰਤ ਜਿਹੜੀ ਆ ਉਹਦੇ ਹੱਥ ਦੇ ਚਲਾਈ ਕਲਮ ਨਾਲ, ਪੈਨ ਨਾਲ, ਹਨਾ। ਤਾਂ ਇਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਚਿੱਠੀਆਂ ਸਾਨੂੰ ਜੋੜ ਕੇ ਰੱਖਦੀਆਂ ਸੀ ਜੀ। ਫਿਰ ਬਾਅਦ 'ਚ ਜਦੋਂ ਮੈਂ ਲੇਖਕ ਬਣਿਆ ਜਾਂ ਕਲਾਕਾਰੀ ਵਾਲੇ ਪਾਸੇ ਆਇਆ ਤੇ ਉਹਦੇ ਬਾਅਦ ਚਿੱਠੀਆਂ ਦਾ ਮਹੱਤਵ ਹੋਰ ਵੀ ਵੱਧ ਗਿਆ ਕਿ ਮੈਨੂੰ ਲੇਖਕਾਂ ਦੀਆਂ ਚਿੱਠੀਆਂ ਆਉਣੀਆਂ, ਥੱਬਿਆਂ ਦਾ ਥੱਬਾ, ਕਲਾਕਾਰਾਂ ਦੀਆਂ ਆਉਣੀਆਂ। ਫਿਰ ਮੈਂ ਅਗਲੇ ਨੂੰ ਜਵਾਬ ਲਿਖਣਾ। ਕਦੇ ਪੀਲੇ ਪੋਸਟ ਕਾਰਡ ਤੋਂ ਜੇ ਲੱਗਣਾ ਕਿ ਹੁਣ ਵੱਡੀ ਲਿਖਣੀ ਆ ਤੇ ਫਿਰ ਨੀਲੇ ਰੰਗ ਦਾ ਜਿਹੜਾ ਸੀ ਲਿਫਾਫਾ ਲੈ ਲੈਣਾ, ਉਹਨੂੰ ਬਾਅਦ 'ਚ ਗੂੰਦ ਨਾਲ ਜੋੜਨਾ, ਪਿੱਛੇ ਲਿਖਣਾ ਲਿਖਤਮ ਫਲਾਨਾ ਸਿੰਘ, ਮੂਹਰੇ ਉਹਦਾ ਐਡਰੈਸ ਲਿਖਣਾ। ਠੀਕ ਹੈ। ਔਰ ਬੜੀ ਤਾਂਘ ਹੁੰਦੀ ਸੀ ਕਿਸੇ ਦੀ ਚਿੱਠੀ ਉਡੀਕਣੀ ਤੇ ਬੜੀ ਇੱਕ ਜਜ਼ਬਾ ਹੁੰਦਾ ਸੀ ਕਿ ਕਿਸੇ ਨੂੰ ਚਿੱਠੀ ਪਾਉਣੀ, ਭਾਵੇਂ ਕੋਈ ਆਪਣੀ ਮਹਿਬੂਬ ਨੂੰ ਪਾਉਂਦਾ ਸੀ ਤੇ ਭਾਵੇਂ ਕੋਈ ਮਹਿਬੂਬ ਆਪਣੇ ਪਿਆਰੇ ਨੂੰ ਚਿੱਠੀ ਪਾਉਂਦੀ ਸੀ ਜੀ। ਤੇ ਜਿੱਦਾਂ ਤੁਸੀਂ ਦੱਸਿਆ ਕਿ ਬਈ ਚਿੱਠੀਆਂ ਜਿਹੜੀਆਂ ਨੇ ਉਹ ਤੁਹਾਨੂੰ ਅੰਦਰੋਂ ਅਹਿਸਾਸ ਦੇ ਨਾਲ ਭਰ ਦਿੰਦੀਆਂ ਨੇ। ਤੇ ਕੋਈ ਵੀ ਜਿਹੜੀ ਸਾਡੀ ਪੁਰਾਣੇ ਸਮਾਜ ਦੀ ਗੱਲ ਹੈ ਉਹ ਹੁਣ ਸਾਡੇ ਲਈ ਇਤਿਹਾਸ ਜਿਹਾ ਬਣ ਗਈ ਹੈ ਤੇ ਚਿੱਠੀਆਂ ਦਾ ਵੀ ਇੱਕ ਇਤਿਹਾਸਕ ਪੱਖ ਹੈ। ਤੇ ਜੇਕਰ ਮੈਂ ਹੁਣ ਤੁਹਾਨੂੰ ਇਹ ਪੁੱਛਾਂ ਕਿ ਵੀ ਇਕੱਲਾ ਇਤਿਹਾਸਕ ਪੱਖ ਹੀ ਹੈ ਚਿੱਠੀਆਂ ਦਾ ਜਾਂ ਅਸੀਂ ਇਸ ਨੂੰ ਕਿਸੇ ਹੋਰ ਪੱਖ ਨਾਲ ਵੀ ਦੇਖ ਸਕਦੇ ਹਾਂ? ਕਈ ਪੱਖ ਨੇ ਜੀ। ਜਦੋਂ ਪਿੰਡੋਂ ਚਿੱਠੀ ਜਾਂਦੀ ਹੈ ਫੌਜੀ ਨੂੰ ਜੀ ਘਰੋਂ ਜੀ, ਤਾਂ ਉਹਦੀ ਮਾਂ ਚਿੱਠੀ ਲਿਖਾਉਂਦੀ ਆ। ਉਹ ਇਹ ਵੀ ਦੱਸਦੀ ਆ ਕਿ ਆਪਣੀ ਮੱਝ ਸੂਪੀ। ਅੱਛਾ। ਉਹਨੇ ਕੱਟਾ ਦਿੱਤਾ ਕਿ ਕੱਟੀ ਦਿੱਤੀ। ਜੇ ਤਾਂ ਕੱਟਾ ਦਿੱਤਾ ਤਾਂ ਥੋੜੀ ਜੀ ਘਾਟ ਆ ਗਈ, ਕੱਟੀ ਦਿੱਤੀ ਤਾਂ ਥੋੜਾ ਜਿਹਾ ਵਾਧਾ ਹੋ ਗਿਆ। ਕਿਉਂ? ਕਿ ਹੁਣ ਦੁੱਧ ਦਿਆ ਕਰੂਗੀ, ਘਰੇ ਦੁੱਧ ਵੱਧ ਗਿਆ, ਆਰਥਿਕ ਤੱਕ ਜਿਹੜੀ ਕਮਜ਼ੋਰ ਸੀ ਉਹ ਤਗੜੀ ਹੋ ਗਈ। ਜਿਹੜਾ ਕੱਟਾ ਉਹ ਤਾਂ ਹੁਣ ਵਿਚਾਰਾ ਜਾਂ ਖੇਤ ਜਾਊ ਵੱਧ ਤੋਂ ਵੱਧ। ਠੀਕ ਹੈ। ਹੁਣ ਦੇਖ ਇੱਕ ਪੱਖ। ਦੂਆ ਐਤਕੀ ਆਪਣੀ ਹਾੜੀ ਸਾਉਣੀ ਜਿਹੜੀ ਫਸਲ ਆ, ਆਪਣੀ ਫਸਲ ਬਹੁਤ ਸੋਹਣੀ ਖੜੀ ਆ ਜੀ। ਤੀਆ ਪੱਖ ਐਤਕੀ ਕੁਦਰਤ ਕਹਿਰਵਾਨ ਹੋ ਗਈ, ਬੱਦਲ ਬਹੁਤ ਆਇਆ, ਉਹਨੇ ਤਾਂ ਨਾ ਫਸਲ ਨੂੰ ਨੁਕਸਾਨ ਕਰ ਦਿੱਤਾ। ਚੌਥਾ ਪੱਖ ਐਤਕੀ ਤਾਂ ਪੁੱਤ ਤੇਰੀ ਭੈਣ ਦਾ ਵੀ ਹੁਣ ਹੱਥ ਪੀਲੇ ਕਰ ਦੇਣੇ ਕਿਉਂਕਿ ਤੂੰ ਤਨਖਾਹ ਭੇਜਦਾ, ਇਸ ਤਨਖਾਹ ਦੇ ਨਾਲ ਤੇਰੇ ਵਾਰੇ ਨਿਆਰੇ ਪੁੱਤ ਤੂੰ ਜਿਉਂਦਾ ਰਹੇ, ਸੁੱਖੀ ਲੱਧਿਆ, ਇਹ ਤੇਰੀ ਭੈਣ ਦੇ ਹੁਣ ਆਪਾਂ ਨਾ ਜਿਹੜੇ ਹੱਥ ਪੀਲੇ ਕਰ ਦੇਣੇ। ਹੁਣ ਮੈਂ ਤੈਨੂੰ ਦੱਸਦਾ ਕਿ ਪੂਜਾ ਇਹ ਚਿੱਠੀ ਦੇ ਵਿੱਚ 5 ਗੱਲਾਂ ਨੇ ਜੀ। ਉਹਨਾਂ 5 ਗੱਲਾਂ ਦੀ ਧਰਾਤਲ ਆ ਜਿਹੜੀ, ਉਹਨਾਂ 5 ਗੱਲਾਂ ਦਾ ਵਿਵਰਣ ਹੈ, ਵੇਰਵਾ ਹੈ ਜੀ। ਉਹ ਘਰ ਦੀ ਆਰਥਿਕ ਜੀ ਤੇ ਸਮਾਜਿਕ ਹਾਲਤ ਨੂੰ ਬਿਆਨ ਕਰ ਗਿਆ। ਬਿਲਕੁਲ। ਖੇਤੀ ਵੀ ਦੱਸ ਗਿਆ, ਬਿਲਕੁਲ, ਮੌਸਮ ਬਾਰੇ ਵੀ ਦੱਸ ਗਿਆ। ਜੇ ਕਿਤੇ ਫਸਲ ਸੋਹਣੀ ਖੜੀ ਆ ਤੇ ਉਹ ਇਹ ਪੜ੍ਹਦਾ ਬਈ ਫਸਲ ਸੁਹਾਵਣੀ ਹੈ, ਕੁਛ ਮੈਂ ਤਨਖਾਹ ਭੇਜਣੀ ਹੈ, ਕੁਛ ਫਸਲ ਸੋਹਣੀ ਆਉਣੀ ਹੈ ਤੇ ਭੈਣ ਦੇ ਹੱਥ ਸੋਹਣੇ ਢੰਗ ਨਾਲ ਅਸੀਂ ਪੀਲੇ ਕਰ ਲੈ, ਕਿਸੇ ਸ਼ਾਹੂਕਾਰ ਤੋਂ ਸਾਨੂੰ ਕਰਜ਼ਾ ਚੁੱਕਣ ਦੀ ਲੋੜ ਨਹੀਂ ਹੈ।
ਜੀ ਤਾਂ ਇਸ ਤਰ੍ਹਾਂ ਦਾ ਸਾਡੇ ਸਮਾਜ ਵਿੱਚ ਚਿੱਠੀਆਂ ਦਾ ਬੜਾ ਵੱਡਾ ਰੋਲ ਹੈ। ਆਰਥਿਕ, ਸਮਾਜਿਕ ਸਾਰੇ ਪੱਖ ਸਾਰੇ ਜਿਹੜੇ ਪੱਖਾਂ ਤੋਂ ਉਹ ਜੁੜੇ ਹੁੰਦੇ ਆ ਜੀ। ਤੇ ਇਸੇ ਦੇ ਨਾਲ ਹੀ ਆਪਾਂ ਇੱਥੇ ਥੋੜੀ ਦੇਰ ਲਈ ਰੁਕਾਂਗੇ ਤੇ ਮੈਂ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੂੰਗੀ, ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਹੁਣ ਵਧੀਆ ਲੱਗ ਰਿਹਾ ਹੋਵੇਗਾ ਸਾਡੇ ਪੁਰਾਣੇ ਸਮੇਂ ਦੇ ਨਾਲ ਜੁੜ ਕੇ। ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਕੋਲ ਬਹਿ ਕੇ ਸੁਣ ਸੱਜਣਾ ਦੇ ਵਿੱਚ। ਤੇ ਅਸੀਂ ਗੱਲਬਾਤ ਕਰ ਰਹੇ ਹਾਂ ਚਿੱਠੀਆਂ ਦੇ ਉੱਤੇ ਅੱਜ। ਤੇ ਬਹੁਤ ਸਾਰੇ ਲੋਕ ਇੱਕ ਦੂਸਰੇ ਨੂੰ ਚਿੱਠੀਆਂ ਲਿਖਦੇ ਸੀ। ਚਿੱਠੀਆਂ ਲਿਖਣਾ ਇੱਕ ਦੂਜੇ ਦੇ ਨਾਲ ਸਾਂਝ ਦਾ ਪ੍ਰਤੀਕ ਨੇ, ਹੈਨਾ। ਤੇ ਅੱਜ ਕੱਲ ਜਿੱਦਾਂ ਸਮਾਂ ਬਦਲ ਗਿਆ ਆ, ਜੇ ਕਿਸੇ ਨੂੰ ਰੁੱਸੇ ਨੂੰ ਮਨਾਉਣਾ ਹੋਵੇ ਤੇ ਅਸੀਂ ਇੱਕ ਸਿੰਗਲ ਜਿਹਾ ਮੈਸੇਜ ਛੱਡ ਦਿੰਦੇ ਆ, ਠੀਕ ਹੈ। ਤੇ ਉਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਅਹਿਸਾਸਾਂ ਦੀ ਕਮੀ ਆ ਗਈ ਹੈ। ਰਿਸ਼ਤੇ ਤੜਕਦੇ ਵੀ ਜਾ ਰਹੇ ਨੇ ਬਹੁਤ ਜਲਦੀ। ਪਹਿਲਾਂ ਹੁੰਦਾ ਸੀ ਕਿ ਚਿੱਠੀ ਕਿਸੇ ਨੂੰ ਲਿਖ ਕੇ ਭੇਜੀ ਆ, ਜੇ ਕੋਈ ਰੁੱਸ ਗਿਆ ਆ ਉਸ ਨੂੰ ਮਨਾਉਣ ਦੇ ਲਈ ਚਿੱਠੀ ਲਿਖੀ ਆ, ਤੇ ਜਦ ਤੱਕ ਉਹ ਚਿੱਠੀ ਜਾਂਦੀ ਸੀ ਉਸ ਦੀ ਉਡੀਕ ਹੁੰਦੀ ਸੀ ਤੇ ਫਿਰ ਉਸ ਚਿੱਠੀ ਦਾ ਜਵਾਬ ਆਉਂਦਾ ਸੀ। ਇੱਕ ਲੰਬਾ ਸਮਾਂ ਸਵਾਲ ਜਵਾਬ ਦੇ ਵਿੱਚ ਬੀਤ ਜਾਂਦਾ ਸੀ ਤੇ ਰਿਸ਼ਤੇ ਬੜੀ ਲੰਬੇ ਸਮੇਂ ਤੱਕ ਟਿਕੇ ਰਹਿੰਦੇ ਸੀਗੇ। ਤੇ ਜਿੱਦਾਂ ਮੈਂ ਗੱਲ ਕੀਤੀ ਅੱਜ ਕਿ ਸੋਸ਼ਲ ਮੀਡੀਆ ਆਉਣ ਦੇ ਕਾਰਨ ਉਹ ਸਾਂਝ ਕਿਤੇ ਨਾ ਕਿਤੇ ਘਟਦੀ ਜਾ ਰਹੀ ਹੈ। ਤੇ ਇਸੇ ਹੀ ਤਰ੍ਹਾਂ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਨ੍ਹਾਂ ਨੇ ਜੇਲ੍ਹਾਂ ਦੇ ਵਿੱਚ ਬੈਠ ਕੇ ਚਿੱਠੀਆਂ ਲਿਖੀਆਂ ਨੇ ਤੇ ਉਹਨਾਂ ਦੀਆਂ ਚਿੱਠੀਆਂ ਜਿਹੜੀਆਂ ਨੇ ਉਹ ਪੁਸਤਕਾਂ ਦੇ ਵਿੱਚ ਵੀ ਛਾਪੀਆਂ ਗਈਆਂ। ਉਹਨਾਂ ਦੇ ਬਾਰੇ ਕੁਝ ਦੱਸੋ। ਇਸ ਤੋਂ ਪਹਿਲਾਂ ਜੀ ਤੇਰਾ ਪਹਿਲਾ ਜਿਹੜਾ ਗੱਲ ਆ ਜੀ, ਇਹ ਜਿਹੜੀ ਟੈਕਨੋਲੋਜੀ ਆਈ ਆ ਸਾਡੇ ਹੱਥ 'ਚ, ਜੀ ਠੀਕ ਹੈ, ਅਸੀਂ ਚਿੱਠੀ 'ਚ ਲਿਖਦੇ ਆ ਸ਼ੁਭ ਕਾਮਨਾਵਾਂ, ਜੀ ਠੀਕ ਹੈ, ਬਹੁਤ ਬਹੁਤ ਧੰਨਵਾਦ, ਠੀਕ ਹੈ, ਸਤਿ ਸ਼੍ਰੀ ਅਕਾਲ। ਇਹਦੇ ਤੇ ਅਸੀਂ ਲਿਖਦੇ ਆ SSJ ਸੱਸਾ, ਜੀ। ਥੈਂਕਸ ਨੂੰ ਲਿਖਦੇ ਆ ਅਸੀਂ THX, ਠੀਕ ਹੈ। ਸ਼ੁਭ ਕਾਮਨਾਵਾਂ ਨੂੰ ਤੁਸੀਂ ਅੰਗਰੇਜ਼ੀ ਚ ਬਣਾਓ ਗॉड ਬਲੈਸ, ਜਿਹਨੂੰ GBU ਕੋਂਗੋ ਵੀ ਬੋਲ ਦਿੰਦੇ ਆ ਅਸੀਂ, ਕੋਂਗੋ। ਹਾਂ, ਕੰਗ੍ਰੈਚੁਲੇਸ਼ਨ ਨੂੰ ਅਸੀਂ ਛੋਟਾ ਕਰਕੇ ਕੋਂਗੋ ਕਹਿ ਦਿੰਦੇ ਆ। GBU ਗॉड ਬਲੈਸ ਯੂ, ਜੀ, ਠੀਕ ਹੈ ਨਾ। ਓਕੇ ਨੂੰ ਅਸੀਂ K ਤੇ ਲੈ ਆਏ ਆ, ਬਿਲਕੁਲ। ਯਾਨੀ ਅਸੀਂ ਹੁਣ ਗੂੰਗੇ ਹੋ ਗਏ ਆ ਜੀ। ਸਾਡੇ ਕੋਲੋਂ ਸ਼ਬਦ ਰੁੱਸ ਰਹੇ ਨੇ, ਸਾਡੇ ਕੋਲੋਂ ਸ਼ਬਦ ਭੱਜ ਰਹੇ ਨੇ, ਔਰ ਸਾਨੂੰ ਇਸ ਤਕਨੀਕ ਨੇ ਜੀ ਊਣੇ ਵੀ ਕੀਤਾ। ਜਦੋਂ ਬੰਦੇ ਕੋਲੋਂ ਸ਼ਬਦ ਰੁੱਸ ਜਾਣ ਤੇ ਭੱਜ ਜਾਣ ਤੇ ਬੰਦਾ ਸੱਚੀਓ ਊਣਾ ਹੋ ਜਾਂਦਾ, ਬਿਲਕੁਲ। ਔਰ ਮੈਂ ਇਹ ਸਮਝਦਾ ਕਿ ਜਦੋਂ ਇਹ ਲਿਖਿਆ ਜਾਂਦਾ ਸੀ ਆਪ ਜੀ ਦਾ ਬਹੁਤ ਬਹੁਤ ਸਤਿਕਾਰ ਨਾਲ ਅੰਤਾਂ ਦਾ ਪਿਆਰਾ ਭਤੀਜਾ ਜਾਂ ਪਿਆਰਾ ਪੁੱਤਰ ਜਾਂ ਪਿਆਰਾ ਭਾਣਜਾ ਜਾਂ ਪਿਆਰੀ ਭਾਣਜੀ ਜਾਂ ਪਿਆਰੀ ਪੋਤਰੀ, ਤਾਂ ਇੱਕ ਲੁਤਫ ਸੀ ਨਾ ਜੀ। ਸੁਣਨ ਵਾਲੇ ਨੂੰ ਵੀ ਕੰਨਾਂ 'ਚ ਰਸ ਆਉਂਦਾ ਸੀ, ਬਿਲਕੁਲ, ਤੇ ਲਿਖਣ ਵਾਲੇ ਨੂੰ ਵੀ ਲੱਗਦਾ ਸੀ ਕਿ ਮੈਂ ਆਪਦੇ ਨੂੰ ਜਿਹੜੀ ਚਿੱਠੀ ਲਿਖੀ ਹੈ ਔਰ ਉਹਨੂੰ ਵੀ ਪੜ੍ਹ ਕੇ ਖੁਸ਼ੀ ਹੋਊਗੀ। ਹੁਣ ਇਹ ਗੱਲਾਂ ਜਿਹੜੀਆਂ ਸੀ ਜੀ ਇਹ ਬੀਤੇ ਸਮੇਂ ਦਾ ਇੱਕ ਯਾਦ ਬਣ ਕੇ ਰਹਿ ਗਈਆਂ, ਬਿਲਕੁਲ। ਉਹਦੇ ਨਾਲ ਜੋੜਦਾ ਸਾਡੇ ਬਹੁਤ ਵੱਡੇ ਵੱਡੇ ਹਸਤਾਖਰ ਹੋਏ, ਜੇਲ੍ਹਾਂ 'ਚ ਗਏ ਜੀ। ਜੇਲ੍ਹ ਦਾ ਹਾਲਾਤ ਬਿਆਨ ਕਰਦੇ ਸੀ, ਘਰਦਿਆਂ ਨੂੰ ਦੱਸਦੇ ਸੀ ਕਿਸ ਤਰ੍ਹਾਂ ਦਾ ਮੌਸਮ ਆ ਜੇਲ੍ਹ 'ਚ, ਕਿਸ ਤਰ੍ਹਾਂ ਦੇ ਹਾਲਾਤ ਨੇ, ਸੁਖਾਵੇਂ ਆ ਕਿ ਅਣਸੁਖਾਵੇਂ ਆ, ਔਰ ਮੈਂ ਜੇਲ੍ਹ 'ਚ ਕੀ ਕਰਦਾ, ਔਰ ਮੇਰਾ ਦਿਲ ਕਿੰਨਾ ਕੁ ਤੜਫਦਾ, ਮੈਂ ਸਮਾਜ ਬਾਰੇ ਕੀ ਸੋਚਦਾ, ਮੈਨੂੰ ਬਾਹਰ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ। ਇਹ ਨਾਲ ਪੁੱਛਿਆ ਜਾਂਦਾ ਸੀ ਤੁਹਾਡਾ ਕੀ ਹਾਲ ਆ, ਠੀਕ ਹੈ। ਮੁਲਕ ਦੀ ਮੌਜੂਦਾ ਸਥਿਤੀ ਦੇ ਉੱਤੇ ਵੀ ਬੰਦੇ ਪੁੱਛਦੇ ਸੀ। ਮੈਂ ਉਹਨਾਂ ਚਿੱਠੀਆਂ ਦੀ ਗੱਲ ਕਰਾਂ, ਜੇ ਪੰਡਤ ਜਵਾਹਰ ਲਾਲ ਨਹਿਰੂ ਨੇ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖੀਆਂ, ਉਹਦੀ ਕਿਤਾਬ ਛਪੀ, ਆਲ ਇੰਡੀਆ ਰੇਡੀਓ ਜਲੰਧਰ ਤੋਂ ਲੜੀਵਾਰ ਡੇਲੀ ਇੱਕ ਚਿੱਠੀ ਪ੍ਰਸਾਰਿਤ ਹੁੰਦੀ ਸੀ, ਲੋਕ ਉਹਨੂੰ ਸੁਣਦੇ ਸੀ, ਪਿਤਾ ਦੇ ਖਤ ਪੁੱਤਰੀ ਨੂੰ। ਅੱਛਾ। ਇਸ ਤੋਂ ਇਲਾਵਾ ਜੇ ਅਸੀਂ ਸ਼ਹੀਦ ਭਗਤ ਸਿੰਘ ਦੀਆਂ ਚਿੱਠੀਆਂ ਦੀ ਗੱਲ ਕਰੀਏ ਜੀ ਤਾਂ ਉਹਨਾਂ ਦੇ ਵਿੱਚ ਸਾਡੀ ਸੰਸਕ੍ਰਿਤੀ, ਸਾਡੀ ਮੌਜੂਦਾ ਰਾਜਨੀਤਿਕ ਪ੍ਰਸਥਿਤੀ, ਸਾਡੇ ਸਮਾਜ ਦੇ ਹਾਲਾਤ, ਇਨਕਲਾਬ ਦੀਆਂ ਗੱਲਾਂ, ਜੱਦੋ ਜਹਿਦ ਦੀਆਂ ਗੱਲਾਂ, ਕੁਰਬਾਨੀ ਤੋਂ ਲੈ ਕੇ ਹਿੰਸਾ ਤੇ ਅਹਿੰਸਾ, ਮਤਲਬ ਕੋਈ ਪੱਖ ਨਹੀਂ ਉਹਨਾਂ ਨੇ ਛੱਡਿਆ ਜੀ। ਜੇ ਇਹਨੂੰ ਕਰੀਏ ਫਿਰ ਇਹਨਾਂ ਚਿੱਠੀਆਂ ਤੋਂ ਇਲਾਵਾ ਵੱਡੇ ਵੱਡੇ ਲੇਖਕਾਂ, ਕਲਾਕਾਰਾਂ ਦੀਆਂ, ਰਾਜਨੀਤਿਕਾਂ ਦੀਆਂ, ਬੁੱਧੀਜੀਵੀਆਂ ਦੀਆਂ, ਸੰਗੀਤਕਾਰਾਂ ਦੀਆਂ ਲਿਖੀਆਂ ਹੋਈਆਂ ਚਿੱਠੀਆਂ ਆ ਜਾਂਦੀਆਂ ਜਿਹੜੀਆਂ ਮੌਜੂਦਾ
ਸਮਿਆਂ ਦੇ ਉੱਤੇ ਹਾਲਾਤਾਂ ਤੇ ਚਾਨਣ ਪਾਉਂਦੀਆਂ ਤੇ ਜਦੋਂ ਹੁਣ ਅਸੀਂ ਉਹਨੂੰ ਪੜ੍ਹਦੇ ਹਾਂ ਜੀ ਉਹਨਾਂ ਚਿੱਠੀਆਂ ਨੂੰ ਦੇਖਦੇ ਹਾਂ ਕਿਤਾਬੀ ਰੂਪ 'ਚ ਤਾਂ ਸਾਨੂੰ ਉਹਨਾਂ ਸਮਿਆਂ ਦਾ ਉਹਨਾਂ ਵੇਲਿਆਂ ਦਾ ਜੀ ਭਲੀ ਭਾਂਤੀ ਗਿਆਨ ਹੁੰਦਾ ਉਸ ਸਮੇਂ ਦੀ ਸਿਰਜਣਾ ਦਾ ਵੀ ਉਸ ਸਮੇਂ ਦੇ ਇਤਿਹਾਸ ਦਾ ਵੀ ਕਿ ਉਦੋਂ ਆਰਥਿਕ ਸਮਾਜਿਕ ਪਰਿਪੇਖ ਜਿਹੜੇ ਸੀ ਉਹ ਕਿਸ ਤਰ੍ਹਾਂ ਦੇ ਚੱਲ ਰਹੇ ਸੀ। ਬੜੇ ਬੜੇ ਲੇਖਕਾਂ ਨੇ ਚਿੱਠੀਆਂ ਲਿਖ ਕੇ ਇੱਕ ਖਜ਼ਾਨਾ ਸਮਰਪਿਤ ਕੀਤਾ ਔਰ ਉਹ ਲੇਖਕ ਜਿਹੜੇ ਸੀ ਉਹ ਬੜੀ ਡੀਪਲੀ ਇੱਕ ਲਿਟਰੇਰੀ ਲੈਂਗੁਏਜ 'ਚ ਸਾਹਿਤਕ ਭਾਸ਼ਾ 'ਚ ਚਿੱਠੀ ਲਿਖਦੇ ਸੀਗੇ। ਰਘਬੀਰ ਢੰਡ ਨੇ ਜੀ ਮੋਹਨ ਭੰਡਾਰੀ ਨੂੰ ਲੰਡਨ ਤੋਂ ਚਿੱਠੀਆਂ ਲਿਖੀਆਂ। ਅੱਛਾ ਤੇ 400 ਪੇਜ ਦੀ ਕਿਤਾਬ ਮੈਂ ਪਿਛਲੇ ਸਾਲ ਜੀ ਸੰਪਾਦਿਤ ਕੀਤੀ ਜੀ ਮੋਹਨ ਭੰਡਾਰੀ ਦੇ ਨਾਮ ਰਘਬੀਰ ਢੰਡ ਦੇ ਖਤ ਔਰ ਉਹ ਖਤਾਂ ਦੀ ਕਿਤਾਬ ਆ। ਅੱਛਾ ਇਵੇਂ ਲੰਡਨ ਤੋਂ ਉੱਘੇ ਲੇਖਕ ਸੰਤੋਖ ਸਿੰਘ ਧੀਰ ਨੇ ਆਪਣੇ ਭਰਾ ਲੇਖਕ ਰਪਦਮਨ ਸਿੰਘ ਰੂਪ ਨੂੰ ਚਿੱਠੀਆਂ ਲਿਖੀਆਂ। ਉਹਨਾਂ ਚਿੱਠੀਆਂ 'ਚੋਂ ਉਹਨਾਂ ਕਿਤਾਬਾਂ 'ਚੋਂ ਲੰਡਨ ਤੇ ਭਾਰਤ ਦੇ ਸੰਬੰਧ ਜੀ ਲੰਡਨ ਦੇ ਵਿੱਚ ਉਸ ਵੇਲੇ ਦੀ ਆਰਥਿਕਤਾ ਸਮਾਜਿਕਤਾ ਤੇ ਭਾਰਤ ਦੀ ਆਰਥਿਕਤਾ ਤੇ ਸਮਾਜਿਕਤਾ ਦੇ ਵੇਲਿਆਂ ਦਾ ਵਰਣਨ ਮਿਲ ਜਾਂਦਾ। ਅੱਛਾ ਪਾਸ਼ ਨੇ ਜੀ ਚਿੱਠੀਆਂ ਲਿਖੀਆਂ। ਬਹੁਤ ਪਾਸ਼ ਦੀਆਂ ਚਿੱਠੀਆਂ ਨੂੰ ਬੜੇ ਲੇਖਕਾਂ ਨੇ ਸੰਪਾਦਿਤ ਕੀਤਾ ਜੀ ਕਿਤਾਬਾਂ ਛਪੀਆਂ ਔਰ ਅਮਰਜੀਤ ਚੰਦਰ ਨੇ ਵੀ ਕਿਤਾਬ ਛਾਪੀ। ਸ਼ਮਸ਼ੇਰ ਸਿੰਘ ਸੰਧੂ ਜਿਹੜਾ ਗੀਤਕਾਰ ਆ ਸਾਡੇ ਉੱਘੇ ਉਹਨਾਂ ਨੇ ਪਾਸ਼ ਦੀਆਂ ਚਿੱਠੀਆਂ ਦੀ ਇੱਕ ਕਿਤਾਬ ਛਾਪੀ। ਇਸ ਤੋਂ ਇਲਾਵਾ ਹੋਰ ਵੀ ਸਾਡੇ ਬਹੁਤ ਵੱਡੇ ਵੱਡੇ ਰੂਸ ਦੇ ਰਾਈਟਰ ਹੋਏ ਜਿਨ੍ਹਾਂ ਨੇ ਇੱਕ ਦੂਜੇ ਨੂੰ ਚਿੱਠੀਆਂ ਲਿਖੀਆਂ ਸੀ। ਜੀ ਉਹਨਾਂ ਚਿੱਠੀਆਂ ਦੇ ਵਿੱਚ ਉਹ ਵਿਸ਼ਵ ਵਿਆਪੀ ਗੱਲਾਂ ਕਰਦੇ ਆ ਵੀ ਅੱਜ ਵਰਲਡ ਵਿੱਚ ਕੀ ਹੋ ਰਿਹਾ ਹੈਗਾ। ਜੀ ਠੀਕ ਹੈ ਨਾ ਆਪਦੇ ਪਿੰਡ ਤੋਂ ਸ਼ੁਰੂ ਕਰਕੇ ਜੀ ਪੂਰੇ ਵਿਸ਼ਵ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਉੱਥੇ ਜਾ ਉਹਦਾ ਵਿਜ਼ਨ ਜਿਹੜਾ ਹੈ ਉਹਦੀ ਨਜ਼ਰ ਹੈ ਠੀਕ ਹੈ ਉਹ ਉੱਥੇ ਜਾ ਪਹੁੰਚਦੀ ਆ ਕਿ ਅੱਜ ਜਿਹੜੀ ਚਿੱਠੀ ਦੇ ਵਿੱਚ ਲਿਖਦਾ ਆਪਣਾ ਹਾਲਾਤ ਬਿਆਨ ਕਰਦਾ ਨਾਲ ਉਹ ਫਿਰ ਨਾ ਜਦੋਂ ਗੱਲ ਕਰਦਾ ਕਿ ਅੱਜ ਫਲਾਣੇ ਮੁਲਕ 'ਚ ਆਹ ਘਟਨਾ ਘਟੀ ਆ ਅੱਜ ਫਲਾਣੇ ਮੁਲਕ 'ਚ ਆਹ ਹੋਇਆ ਤਾਂ ਉਦੋਂ ਸਾਨੂੰ ਉਹ ਚਿੱਠੀ ਇੱਕ ਪਿੰਡ ਤੋਂ ਉੱਠ ਕੇ ਵਿਸ਼ਵ ਵਿਆਪੀ ਸਰੋਕਾਰਾਂ ਨਾਲ ਜੋੜ ਦਿੰਦੀ ਹੈ। ਜੀ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਤੇ ਇਸ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਦੋ ਲਾਈਨਾਂ ਸੀਗੀਆਂ। ਕਹਿੰਦੇ ਨੇ ਕਿ ਕੋਈ ਕਾਲੀ ਨਹੀਂ ਜੇ ਪਿਆਰ ਹੋਵੇ ਤੇ ਖਤ ਲਿਖੀ ਰਿਸ਼ਤਿਆਂ ਦੀ ਭੀੜ ਚੋਂ ਫੁਰਸਤ ਮਿਲੇ ਤੇ ਖਤ ਲਿਖੀ ਹੈਨਾ ਕਿ ਚਿੱਠੀ ਨੂੰ ਅਸੀਂ ਖਤ ਵੀ ਕਹਿ ਦਿੰਦੇ ਆ। ਤੇ ਆਪਾਂ ਬਚਪਨ ਦੇ ਵਿੱਚ ਦੇਖਿਆ ਆ ਬਚਪਨ 'ਚ ਵੀ ਕਿ ਹੁਣ ਵੀ ਜੇ ਮੈਂ ਉਡੀਕ ਦੀ ਗੱਲ ਕਰਦੀ ਆ ਕਿ ਕਿਸਾਨ ਨੂੰ ਆਪਣੀ ਫਸਲ ਪੱਕਣ ਦੀ ਉਡੀਕ ਹੁੰਦੀ ਹੈ। ਰਾਤ ਤੋਂ ਬਾਅਦ ਸਵੇਰ ਦੀ ਉਡੀਕ ਹੁੰਦੀ ਹੈ। ਪਤਝੜ ਤੋਂ ਬਾਅਦ ਤੇ ਬਹਾਰ ਦੀ ਉਡੀਕ ਹੁੰਦੀ ਹੈ। ਤੇ ਇਸੇ ਤਰ੍ਹਾਂ ਬਚਪਨ ਦੇ ਵਿੱਚ ਸਾਨੂੰ ਡਾਕੀਏ ਦੀ ਉਡੀਕ ਹੁੰਦੀ ਸੀ। ਬਿਲਕੁਲ ਚਿੱਠੀ ਦੀ ਉਡੀਕ ਹੁੰਦੀ ਸੀ। ਬਿਲਕੁਲ ਤੇ ਮੈਨੂੰ ਲੱਗਦਾ ਕਿ ਕੋਈ ਘਰ ਇਦਾਂ ਦਾ ਨਹੀਂ ਸੀ ਕਿ ਜਿੱਥੇ ਚਿੱਠੀ ਨਾ ਪਹੁੰਚਦੀ ਹੋਵੇ ਤੇ ਜਿੱਥੋਂ ਚਿੱਠੀ ਨਾ ਲਿਖੀ ਜਾਂਦੀ ਹੋਵੇ। ਤੇ ਹੁਣ ਮੈਂ ਗੱਲ ਕਰਾਂ ਕਿ ਅੱਜ ਕੱਲ ਦੇ ਮਾਹੌਲ ਦੇ ਵਿੱਚ ਜੇ ਅਸੀਂ ਡਾਕਖਾਨਿਆਂ ਨੂੰ ਦੇਖੀਏ ਤੇ ਨਾ ਤਾਂ ਸਾਨੂੰ ਉੱਥੋਂ ਡਾਕੀਆ ਆਉਂਦਾ ਸਾਡੇ ਘਰਾਂ ਵੱਲ ਨੂੰ ਦਿਸਦਾ ਤੇ ਨਾ ਹੀ ਸਾਨੂੰ ਜਿਹੜੇ ਡਾਕਖਾਨੇ ਦੇ ਬਾਹਰ ਲੱਗੇ ਲੈਟਰ ਬਾਕਸ ਨੇ ਉਹ ਭਰੇ ਹੋਏ ਦਿਖਦੇ ਨੇ। ਗੁੰਮ ਹੋ ਗਏ ਜੀ। ਬੜਾ ਸੋਹਣਾ ਯਾਦ ਕਰਾਤਾ ਤੂੰ ਜੀ। ਮਤਲਬ ਡਾਕੀਏ ਨੂੰ ਡਾਕ ਵੰਡਣੀ ਔਖੀ ਹੋ ਜਾਂਦੀ ਸੀ। ਹਾਂ ਫੌਜੀ ਪੁੱਤ ਦੀਆਂ ਚਿੱਠੀਆਂ ਭਾਵੇਂ ਬੈਂਕ ਦੀ ਕਿਸ਼ਤ ਵਾਲੀ ਵੀ ਚਿੱਠੀ ਆ ਗਈ ਹੋਵੇ ਉਹ ਵੀ ਉਹਨੂੰ ਦੇਣੀ ਪੈਂਦੀ ਸੀ ਜੀ। ਵਿਆਹਾਂ ਦੀਆਂ ਚਿੱਠੀਆਂ ਠੀਕ ਹੈ ਔਰ ਮਰਨਿਆਂ ਦੀਆਂ ਚਿੱਠੀਆਂ ਜੀ। ਮੈਂ ਨਿੱਕਾ ਜਿਹਾ ਸੀ ਤੇ ਸਾਡੇ ਪਿੰਡ ਬਜ਼ੁਰਗ ਡਾਕੀਆ ਸੀ ਜੰਗੀਰੀ ਤੇ ਉਹਨੇ ਜਦੋਂ ਆਉਣਾ ਉਹਦੇ ਥੈਲਾ ਲਮਕਦਾ ਹੋਣਾ ਹੱਥ 'ਚ ਕੁੰਡੀ ਹੋਣੀ ਢਿਲਕੀਆਂ ਐਨਕਾਂ ਹੋਣੀਆਂ ਬਜ਼ੁਰਗ ਅਵਸਥਾ ਸੀ ਜੀ। ਤੇ ਉਹਨੇ ਚਿੱਠੀ ਵੰਡਦੇ ਗਲੀਓ ਗਲੀ ਮਹੱਲਿਓ ਮਹੱਲੀ ਚੌਂਕੋ ਚੌਂਕੀ ਹਨਾ ਘਰੋਂ ਘਰੀ ਪਹੁੰਚਣਾ ਜੀ। ਤੇ ਉਹਨੇ ਫਿਰ ਥੈਲੇ ਦੇ ਵਿੱਚੋਂ ਚਿੱਠੀ ਕੱਢ ਕੇ ਅਗਲੇ ਨੂੰ ਫੜਾਉਣੀ ਤਾਂ ਇੱਕ ਵਿਲੱਖਣ ਤਰ੍ਹਾਂ ਦਾ ਅਹਿਸਾਸ ਹੁੰਦਾ ਸੀ ਵੀ ਕਿੱਥੋਂ ਆਈ ਆ ਜੀ। ਪਹਿਲਾਂ ਤਾਂ ਕਿੱਥੋਂ ਆਈ ਉਹ ਵੇਂਦੇ ਸੀ ਪਿਛਲੇ ਪਾਸੇ ਲਿਖਤਮ ਫਲਾਣਾ ਸਿੰਘ ਜੀ ਛੇਤੀ ਛੇਤੀ ਵੇਖਿਆ ਜਾਂਦਾ ਜੀ। ਜਿਹੜਾ ਨਹੀਂ ਅੱਖਰ ਉਠਾਉਣੇ ਜਾਣਦਾ ਸੀ ਉਹ ਕਿਸੇ ਨੂੰ ਕਹਿੰਦਾ ਦੱਸੀ ਕਿੱਥੋਂ ਆਈ ਆ ਫਿਰ ਜੇ ਘਰ ਦਾ ਕੋਈ ਪੜ੍ਹਿਆ ਲਿਖਿਆ ਜੀ ਆਊ ਉਹ ਤੋਂ ਪੜ੍ਹਾ ਲਾਂਗੇ ਜੀ। ਔਰ ਇੱਕ ਵੇਲਾ ਉਹ ਆਇਆ ਪੰਜਾਬ 'ਚ ਜਦੋਂ ਪਿੰਡ 'ਚ ਬਹੁਤ ਲੋਕ ਅਨਪੜ੍ਹ ਹੁੰਦੇ ਸੀ। ਬਿਲਕੁਲ ਜੇ ਮਾਂ ਨੇ ਪਰਦੇਸੀ ਪੁੱਤ ਨੂੰ ਚਿੱਠੀ ਲਿਖਵਾਈ ਤੇ ਹਟਵਾਣੀਏ ਤੋਂ ਲਿਖਵਾਈ ਜਾਂ ਕਿਸੇ ਸੂਬੇਦਾਰ ਰਿਟਾਇਰਡ ਤੋਂ ਲਿਖਵਾਈ ਜਾਂ ਕਿਸੇ ਪਟਵਾਰੀ ਤੇ ਕਨਗੋ ਤੋਂ ਲਿਖਵਾਈ ਜੇ ਕਿਸੇ ਮਹਿਬੂਬਾ ਨੇ ਕਿਸੇ ਪੜ੍ਹੀ ਲਿਖੀ ਕੁੜੀ ਤੋਂ ਖਤ ਲਿਖਵਾਇਆ ਤਾਂ ਉਹਦੀ ਵਿਸ਼ਵਾਸ ਪਾਤਰ ਬਣ ਬੈਠੀ ਆਪਣੇ ਪ੍ਰੇਮੀ ਨੂੰ ਖਤ ਲਿਖਦਿਆਂ। ਜੇ ਕਿਸੇ ਤ੍ਰੀਮਤ ਨੇ ਪਰਦੇਸੀ ਗਏ ਆਪਣੇ ਪਤੀ ਵਾਸਤੇ ਖਤ ਲਿਖਵਾਇਆ ਤੇ ਆਪਣੇ ਦਿਲ ਦੇ ਭਾਵ ਆਪਣੇ ਜਜ਼ਬਾਤ ਆਪਣੀਆਂ ਮਨੋਦਸ਼ਾਵਾਂ ਆਪਣੀਆਂ ਤਰਬਾਂ ਉਹ
ਪੇਸ਼ ਕਰਦੀ ਆ ਤਾਂ ਉਹਦੀ ਉਹ ਵਿਸ਼ਵਾਸ ਪਾਤਰ ਬਣ ਜਾਂਦੀ ਵੀ ਜਿਹੜੀ ਆ ਗੰਢ ਦੀ ਗੱਲ ਮੈਂ ਤੈਨੂੰ ਦੱਸੀ ਆ ਇਹ ਤੇਰੇ ਤੇ ਮੇਰੇ ਚ ਆ ਇਹ ਗਾਂ ਨਹੀਂ। ਇੰਨੇ ਪੱਕੇ ਦ੍ਰਿੜ ਵਿਸ਼ਵਾਸ ਉਦੋਂ ਲੋਕਾਂ ਦੇ ਹੁੰਦੇ ਸੀਗੇ ਜਦੋਂ ਚਿੱਠੀਆਂ ਆਉਂਦੀਆਂ ਸੀ ਤੇ ਚਿੱਠੀਆਂ ਜਾਂਦੀਆਂ ਸੀ। ਕਦੇ ਕੋਈ ਪੜ੍ਹ ਕੇ ਸੁਣਾਉਂਦਾ ਸੀ, ਕਿੰਨੀ ਉਤੇਜਨਾ ਹੁੰਦੀ ਸੀ, ਕਿੰਨੀ ਹਨਾ ਕਾਹਲੀ ਹੁੰਦੀ ਸੀ। ਮਤਲਬ ਮੈਂ ਤਾਂ ਆਪ ਵੀ ਇਹ ਚੀਜ਼ ਨੂੰ ਮਹਿਸੂਸ ਕੀਤਾ ਇਸ ਗੱਲ ਨੂੰ, ਕਿਉਂਕਿ ਜਦੋਂ ਸਾਡੇ ਪਰਿਵਾਰ ਦੇ ਵਿੱਚ ਵੀ ਕੋਈ ਚਿੱਠੀ ਆਉਂਦੀ ਸੀ ਤੇ ਇੰਨੀ ਕੁ ਜ਼ਿਆਦਾ ਪਹਿਲਾਂ ਤਾਂ ਉਡੀਕ ਹੁੰਦੀ ਸੀ ਵੀ ਚਿੱਠੀ ਆਉਣੀ ਆ ਕਿਸੇ ਦੀ, ਤੇ ਜਦੋਂ ਚਿੱਠੀ ਆਉਣੀ, ਜਦੋਂ ਡਾਕੀਏ ਨੇ ਘਰ ਦੇ ਕੋਲ ਆ ਕੇ ਖੜੇ ਹੋਣਾ ਤੇ ਉਦੋਂ ਇਹ ਅੰਦਰੋਂ ਹੁੰਦਾ ਸੀ ਵੀ ਚਿੱਠੀ ਆਈ ਕਿਹਦੀ ਆ। ਤੇ ਜਦੋਂ ਚਿੱਠੀ ਪਤਾ ਲੱਗਣੀ ਵੀ ਇਹਦੀ ਆਈ ਆ ਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਇਕੱਠੇ ਹੋ ਕੇ ਬਹਿ ਜਾਣਾ, ਉਹ ਫਿਰ ਸੁਣਨੀ। ਹਾਂਜੀ, ਤੇ ਸੁਣਨੀ ਤੇ ਉਸ ਤੋਂ ਬਾਅਦ ਜਦੋਂ ਲਿਖਣੀ ਵੀ ਹੁੰਦੀ ਸੀ ਨਾ ਤੇ ਇਸੇ ਤਰ੍ਹਾਂ ਹੀ, ਅੱਛਾ ਤੂੰ ਦੱਸ ਬਈ ਤੇਰੇ ਕੀ ਬੋਲ ਨੇ, ਤੂੰ ਕੀ ਕਹਿਣਾ ਚਾਹੁੰਦਾ ਆ, ਤੂੰ ਕੀ ਕਹਿਣਾ ਚਾਹੁੰਦੀ ਆ, ਫਲਾਣੇ ਵੱਲੋਂ ਸਤਿ ਸ੍ਰੀ ਅਕਾਲ, ਫਲਾਣੇ ਵੱਲੋਂ ਨਮਸਤੇ, ਹਨਾ। ਕਿੱਡਾ ਪਿਆਰਾ ਪਲ ਹੁੰਦੇ ਸੀ। ਬਿਲਕੁਲ, ਬਹੁਤ ਸੋਹਣੇ ਇਹ ਪਲ ਸੀਗੇ ਤੇ ਜਿਹੜੇ ਅਸੀਂ ਹੁਣ ਗਵਾ ਬੈਠੇ। ਤੇ ਇਸ ਤੋਂ ਪਹਿਲਾਂ ਆਪਾਂ ਹੋਰ ਗੱਲਾਂ ਕਰੀਏ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ ਤੇ ਤੁਸੀਂ ਵਾਪਸ ਇਸੇ ਪ੍ਰੋਗਰਾਮ ਦੇ ਵਿੱਚ ਆ ਜਾਣਾ ਹੈ ਜਿਸ ਦਾ ਨਾਮ ਹੈ ਕੋਲ ਬਹਿ ਕੇ ਸੁਣ ਸੱਜਣਾ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਕੋਲ ਬਹਿ ਕੇ ਸੁਣ ਸੱਜਣਾ ਦੇ ਵਿੱਚ। ਤੇ ਸਾਡੀ ਗੱਲ ਚੱਲ ਰਹੀ ਸੀ ਕਿ ਸਾਨੂੰ ਅੱਜ ਕੱਲ ਨਾ ਤਾਂ ਡਾਕੀਏ ਦੇਖਣ ਨੂੰ ਮਿਲਦੇ ਨੇ ਤੇ ਨਾ ਹੀ ਸਾਨੂੰ ਡਾਕਖਾਨੇ ਦੇ ਬਾਹਰ ਲੈਟਰ ਬਾਕਸ 'ਚ ਚਿੱਠੀਆਂ ਦੇਖਣ ਨੂੰ ਮਿਲਦੀਆਂ ਨੇ, ਲੱਭਦੇ ਨਹੀਂ। ਤੇ ਬਚਪਨ ਦੇ ਵਿੱਚ ਜਿੱਦਾਂ ਹੁਣ ਅਸੀਂ ਗੱਲ ਕਰ ਰਹੇ ਸੀ ਡਾਕੀਏ ਦੀ, ਕਿ ਜਦੋਂ ਬਚਪਨ 'ਚ ਡਾਕੀਆ ਆਉਂਦਾ ਸੀ ਨਾ, ਸਾਡੇ ਇੱਕ ਦਿਮਾਗ ਦੇ ਵਿੱਚ, ਜਿੱਦਾਂ ਹੁਣ ਮੈਂ ਆਪਣੀ ਗੱਲ ਕਰਾਂ ਤੇ ਇੱਕ ਇਮੇਜ ਬਣੀ ਹੋਈ ਹੈ, ਤਸਵੀਰ ਬਣੀ ਹੋਈ ਹੈ ਕਿ ਉਹ ਡਾਕੀਆ ਇਸ ਤਰ੍ਹਾਂ ਦਿਖਦਾ ਸੀ ਤੇ ਜਦੋਂ ਉਹ ਆਉਂਦਾ ਸੀ ਤੇ ਉਹ ਏਦਾਂ ਆਉਂਦਾ ਸੀ। ਤੇ ਜੇਕਰ ਮੈਂ ਹੁਣ ਗੱਲ ਕਰਾਂ ਤੁਹਾਡੇ ਕੋਲੋਂ ਕਿ ਤੁਹਾਡੇ ਦਿਮਾਗ 'ਚ ਵੀ ਕੋਈ ਏਦਾਂ ਦੀ ਤਸਵੀਰ ਹੋਏਗੀ ਆਪਣੇ ਡਾਕੀਏ ਦੀ ਜਦੋਂ ਉਹ ਚਿੱਠੀ ਦੇਣ ਆਉਂਦਾ ਸੀਗਾ, ਉਹਦੇ ਨਾਲ ਕੋਈ ਜੁੜੀਆਂ ਯਾਦਾਂ? ਇੱਕ ਮੇਰੀ ਚਿੱਠੀ ਨਾ ਜੀ ਰੇਡੀਓ ਤੋਂ ਆਈ, ਪਾਸ ਹੋਇਆ ਜਦੋਂ ਮੈਂ। ਅੱਛਾ। ਤੇ ਮੈਨੂੰ ਉਡੀਕ ਸੀ ਵੀ ਮੇਰੀ ਚਿੱਠੀ ਆਊਗੀ, ਆਕਾਸ਼ਬਾਣੀ ਬਠਿੰਡਾ। ਅੱਛਾ। ਤੇ 3 ਦਿਨ ਚ ਚਿੱਠੀ ਆ ਜਾਂਦੀ ਸੀ। ਉਦੋਂ ਅੰਦਾਜ਼ਾ ਹੁੰਦਾ ਸੀ ਵੀ ਅੱਜ ਚਿੱਠੀ ਚੱਲ ਪਈ, ਅੱਜ ਰਾਹ ਚ ਹੈ, ਕੱਲ ਨੂੰ ਆਪਣੇ ਕੋਲ ਆ ਜਾਊ। ਬੜੀ ਸ਼ਿੱਦਤ ਤੇ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ ਚਿੱਠੀ ਦਾ ਜੀ। ਤੇ ਉਹ ਜਦੋਂ ਚਿੱਠੀ ਮੈਂ ਵਸੂਲ ਕੀਤੀ, ਉੱਤੇ ਬਾਹਰ ਲਿਖਿਆ ਆਕਾਸ਼ਬਾਣੀ ਕੇਂਦਰ ਬਠਿੰਡਾ, ਤੇ ਉਹ ਮੈਂ ਖੋਲੀ ਤੇ ਮੈਨੂੰ ਧੁੜਕੂ ਲੱਗਿਆ ਕਿਤੇ ਇਹ ਨਾ ਲਿਖਿਆ ਹੋਵੇ ਕਿ ਤੂੰ ਫੇਲ ਆ। ਅੱਛਾ। ਤੇ ਜੇ ਲਿਖਿਆ ਹੋਵੇ ਕਿ ਤੂੰ ਪਾਸ ਆ ਤੇ ਫਿਰ ਤਾਂ ਕਿਆ ਬਾਤਾਂ। ਜਦੋਂ ਮੈਂ ਉਹਨੂੰ ਖੋਲ ਰਿਹਾ ਸੀ ਤੇ ਖੋਲ ਕੇ ਉਹਨੂੰ ਮੈਂ ਕੱਢ ਰਿਹਾ ਸੀ, ਉਦੋਂ ਬੜੇ ਕਮਾਲ ਦੇ ਸਸਪੈਂਸ ਭਰੇ ਪਲ ਸਨ ਜੀ। ਠੀਕ ਹੈ। ਉਹ ਚਿੱਠੀ ਮਤਲਬ ਜਦੋਂ ਤੁਹਾਡੇ ਕੋਲ ਆਈ, ਤੁਸੀਂ ਦੇਖਿਆ ਤੇ ਚਿੱਠੀ ਦੇਖਣ ਤੋਂ ਬਾਅਦ ਉਹਨੂੰ ਖੋਲਣ ਦੇ ਵਿੱਚ ਕੁਝ ਕੁ ਸੈਕਿੰਡ ਦਾ ਜਿਹੜਾ ਸੀ ਹਨਾ ਇੰਤਜ਼ਾਰ ਸੀ, ਪਰ ਉਹ ਕੁਝ ਕੁ ਸੈਕਿੰਡ ਜਿਹੜੇ ਸਾਡੇ ਅੰਦਰ ਚੱਲ ਰਹੇ ਸੀ ਉਹਨਾਂ ਦੇ ਅਹਿਸਾਸ ਅਲੱਗ-ਅਲੱਗ ਹੋਣਗੇ। ਫਿਰ ਮੈਂ ਖੋਲੀ ਤੇ ਲਿਖਿਆ ਸੀ ਤੂੰ ਪਾਸ ਆ। ਅੱਛਾ। ਫਿਰ ਮੈਨੂੰ ਡਾਕੀਆ ਬੜਾ ਪਿਆਰਾ ਲੱਗਿਆ, ਫਿਰ ਮੈਨੂੰ ਉਹ ਸਮਾਂ ਬੜਾ ਪਿਆਰਾ ਲੱਗਿਆ, ਫਿਰ ਮੈਨੂੰ ਉਹ ਕੇਂਦਰ ਬੜਾ ਪਿਆਰਾ ਲੱਗਿਆ ਜਿਨ੍ਹਾਂ ਨੇ ਚਿੱਠੀ ਪਾਈ ਸੀ ਜੀ। ਠੀਕ ਹੈ। ਫਿਰ ਮੈਂ ਚਿੱਠੀ ਘਰੇ ਵਿਖਾਈ, ਯਾਰਾਂ ਦੋਸਤਾਂ ਨੂੰ ਵਿਖਾਈ, ਫਿਰ ਸਾਂਭ ਰੱਖੀ, ਫਿਰ ਮੈਂ ਉਹਨੂੰ ਫਾਈਲ ਚ ਲਾਇਆ। ਸੋ ਇਹ ਚਿੱਠੀ ਖੁਸ਼ੀ ਦੇਣ ਵਾਲੀ ਸੀ। ਉਹ ਚਿੱਠੀ ਹਜੇ ਵੀ ਸੰਭਾਲੀ ਹੋਈ ਹੈ? ਬਿਲਕੁਲ ਹੈ। ਅੱਛਾ। ਇੱਕ ਚਿੱਠੀ ਮੈਂ ਨਿੱਕਾ ਜਿਹਾ ਸੀ ਤੇ ਮੈਂ ਘਰ ਦੇ ਬੂਹੇ ਮੂਹਰੇ ਖਲੋਤਾ ਸੀ ਜੀ। ਸ਼ਾਮ ਢਲ ਗਈ, ਡਾਕੀਆ ਸ਼ਹਿਰੋਂ ਡਾਕ ਲੈ ਕੇ ਆ ਗਿਆ ਬਜ਼ੁਰਗ ਜੀ। ਖੇਤਾਂ ਤੋਂ ਪਸ਼ੂ ਮੋੜ ਰਹੇ, ਗਲੀ ਵਿੱਚ ਦੀ ਲੰਘ ਰਹੇ, ਹੱਟੀਆਂ ਭੱਠੀਆਂ ਦੇ ਉੱਤੇ ਰੌਣਕ ਹੋ ਰਹੀ। ਅੱਛਾ। ਪੰਛੀ ਵੀ ਘਰਾਂ ਨੂੰ ਜਾ ਰਹੇ ਤੇ ਸ਼ਾਮ ਜਿਹੜੀ ਹੈ ਪਿੰਡ ਦੀ ਉਹ ਧੁੰਦਲ ਕੇ ਬਦਲ ਰਹੀ ਹੈ। ਤੇ ਮੇਰੇ ਪਿਤਾ ਨੇ ਤੇ ਮੇਰੇ ਤਾਏ ਨੇ ਖੇਤੋਂ ਆਉਣਾ, ਬੋਤੀ ਗੱਡੀ ਲੈ ਕੇ ਹਲੇ ਜੀ। ਤੇ ਮੈਂ ਜਿਹੜਾ ਹੈ ਖੜਾ ਬੂਹੇ ਮੂਹਰੇ, ਤੇ ਮੇਰੀ ਦਾਦੀ ਜਿਹੜੀ ਆ ਉਹ ਚੌਂਕੇ ਚੁੱਲ੍ਹੇ ਦੇ ਵਿੱਚ ਰੋਟੀ ਪਾਣੀ ਦਾ ਆਹਰ ਕਰ ਰਹੀ ਆ। ਤੇ ਗੁਰਦੁਆਰੇ ਬਾਬਾ ਜੀ ਨੇ ਬੋਲਣਾ ਸ਼ੁਰੂ ਕਰ ਦਿੱਤਾ ਰਹਿਰਾਸ ਦਾ ਪਾਠ। ਅੱਛਾ। ਤੇ ਉਹਨੇ ਮੈਨੂੰ ਚਿੱਠੀ ਫੜਾਈ। ਉਹ ਚਿੱਠੀ ਜਿਹੜੀ ਸੀ ਉਹ ਪੀਲਾ ਪੋਸਟ ਕਾਰਡ ਸੀ ਤੇ ਉਹ ਇੱਕ ਨੁੱਕਰ ਤੋਂ ਪਾਟਿਆ ਹੋਇਆ ਸੀ। ਅੱਛਾ। ਤੇ ਮੈਂ ਨਿਆਣਾ ਨਹੀਂ ਸੀ ਜਾਣਦਾ ਵੀ ਇਹਦਾ ਮਤਲਬ ਕੀ ਹੁੰਦਾ। ਤਾਂ ਉਹ ਪਾਟੀ ਚਿੱਠੀ ਜਿਹੜੀ ਹੁੰਦੀ ਸੀ ਉਹ ਸੋਗ ਦੀ ਹੁੰਦੀ ਸੀ। ਅੱਛਾ। ਜਦੋਂ ਕੋਈ ਪੂਰਾ ਹੋ ਜਾਂਦਾ ਤਾਂ ਉਹ ਚਿੱਠੀ ਲਿਖਦੇ ਤਾਂ ਉਹ ਚਿੱਠੀ ਦੀ ਨੁੱਕਰ ਪਾੜ ਦਿੰਦੇ। ਅੱਛਾ। ਵੀ ਇਹ ਬਦਸ਼ਗਨੀ ਹੈ। ਜਦੋਂ ਕੋਈ ਵਿਆਹ ਵਾਲੀ ਚਿੱਠੀ ਆਉਂਦੀ ਸੀ ਤੇ ਉਹ ਤੇ ਤਰੌਂਕਾ ਰੰਗ ਦਾ ਦਿੱਤਾ ਜਾਂਦਾ ਕਿ ਇਹ ਵਿਆਹ ਦੀ। ਠੀਕ ਹੈ ਨਾ। ਸਾਹੇ ਚਿੱਠੀਆਂ ਵੀ ਆਈਆਂ, ਤੁਸੀਂ ਉਹਦੇ ਗੱਲ ਕਰਾਂਗੇ। ਹਾਂਜੀ। ਉਹ ਚਿੱਠੀ ਮੈਂ ਲੈ ਕੇ
ਇਹ ਭੱਜਿਆ ਭੱਜਿਆ ਆਪਦੀ ਦਾਦੀ ਕੋਲੇ ਗਿਆ। ਡਾਕੀਏ ਨੇ ਨਹੀਂ ਮੈਨੂੰ ਕੁਝ ਕਿਹਾ। ਆਪਦੀ ਦਾਦੀ ਕੋਲੇ ਗਿਆ ਤੇ ਮੈਂ ਉਹਨੂੰ ਕਿਹਾ, ਦਾਦੀ ਆਹ ਵੇਖ ਨੁੱਕਰ ਤੋਂ ਚਿੱਠੀ ਪਾਟੀ। ਅੱਛਾ। ਤੇ ਉਹ ਹੁਣ ਬਜ਼ੁਰਗਾਂ ਨੂੰ ਸਮਝ ਆ ਗਈ। ਹਾਂ। ਅੱਛਾ। ਉਹ ਕਹਿੰਦੀ ਹਾਏ ਹਾਏ ਪਾਟੀ ਚਿੱਠੀ ਕਿੱਥੋਂ ਆ ਗਈ। ਹਾਂ। ਤੇ ਘਰੇ ਕੋਈ ਪੜਨ ਵਾਲਾ ਨਾ, ਮੈਂ ਨਿਆਣਾ ਸੀ। ਤੇ ਮੇਰੀ ਦਾਦੀ ਮੈਨੂੰ ਉਵੇਂ ਬਾਹਾਂ ਤੋਂ ਫੜ ਕੇ ਹੱਥ 'ਚ ਮੇਰੇ ਚਿੱਠੀ ਫੜੀ ਬਾਹਰ ਲਿਆਈ। ਅੰਦਰ ਹੌਲ ਪੈਂਦੇ ਹੋਣੇ ਆ ਕਿ ਕੀ ਹੋ ਕੀ ਗਿਆ। ਇਹ ਜਿਹੜੇ ਪਾਲ ਆ, ਹਾਂਜੀ, ਉਦੋਂ ਕਿਹੜਾ ਫੋਨ ਹੁੰਦੇ ਸੀ। ਹਾਂ। ਤੇ ਬਾਹਰ ਸਾਡੇ ਘਰ ਦੇ ਮੇਰੇ ਮਾਸੜ ਦੀ ਹੱਟੀ ਹੁੰਦੀ ਸੀ, ਲੇਖ ਰਾਜ ਉਹਦਾ ਨਾਂ ਸੀ। ਤੇ ਉਹ ਮੇਰਾ ਮਾਸੜ ਹੱਟੀ ਤੇ ਬੈਠਾ ਸੀ ਤੇ ਮੇਰੀ ਦਾਦੀ ਨੇ ਉਹਨੂੰ ਜਾ ਕੇ ਕਿਹਾ ਵੀ ਲੇਖੂ ਜੀ ਆ ਚਿੱਠੀ ਵੇਖ, ਇਹ ਕਿੱਥੋਂ ਆਈ ਆ ਪਾਟੀ ਚਿੱਠੀ ਨਕੰਮੀ ਕੁਚਜੜੀ। ਅੱਛਾ। ਕੁਚਜੜੀ ਸ਼ਬਦ ਵਰਤਿਆ, ਮੈਨੂੰ ਅੱਜ ਵੀ ਯਾਦ ਆ। ਹਾਂ। ਤੇ ਉਹਨੇ ਉਹ ਚਿੱਠੀ ਪੜ੍ਹ ਕੇ ਸੁਣਾਈ ਕਿ ਤਾਈ ਇਹ ਚਿੱਠੀ ਦਿੱਲੀੋਂ ਆਈ ਆ ਤੇ ਤੇਰਾ ਭਰਾ ਜਿਹੜਾ ਹੈ ਉਹ ਸਵਰਗ ਸਿਧਾਰ ਗਿਆ। ਅੱਛਾ। ਫਿਰ ਉਹ ਸ਼ਬਦ ਸੁਣਦਿਆਂ ਉਹਨੇ ਸੰਧਿਆ ਵੇਲੇ ਸ਼ਾਮ ਨੂੰ ਦੁਹੱਥੜ ਮਾਰਿਆ ਕਿ ਹਾਏ ਵੇ ਮੇਰਿਆ ਵੀਰਾ ਤੂੰ ਕਿੱਥੇ ਚਲਾ ਗਿਆ। ਉਹ ਅਹਿਸਾਸ ਜਿਹੜਾ ਉਸ ਸਮੇਂ ਦਾ ਮੈਂ ਸੋਚ ਸਕਦੀ ਹਾਂ ਕਿ ਮੇਰੇ ਦਿਮਾਗ 'ਚ ਤਸਵੀਰ ਚੱਲ ਰਹੀ ਹੈ ਕਿ ਉਹ ਕਿੱਦਾਂ ਹੋਇਆ ਹੋਏਗਾ। ਇਹ ਹੁਣ ਜਿਹੜੇ ਪਾਲ ਆ ਜੀ ਚਿੱਠੀ ਪੜਨ ਦੇ ਜਾਂ ਸੁਣਨ ਦੇ ਇਹ ਬੜੇ ਕਮਾਲ ਦੇ ਪਲ ਹੁੰਦੇ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਖੁਸ਼ੀ ਵਾਲੀ ਚਿੱਠੀ 'ਚ ਹਨਾ ਆਪਾਂ, ਫਿਰ ਗਮੀ ਵਾਲੀ ਚਿੱਠੀ 'ਚ, ਫਿਰ ਸਾਡੇ ਘਰੇ ਜਦੋਂ ਖੇਤੋਂ ਆ ਗਏ ਤਾਂ ਉਹ ਚਿੱਠੀ ਨੂੰ ਵਾਰ-ਵਾਰ ਪੜਨ ਤੇ ਵਾਰ-ਵਾਰ ਦੇਖਣ। ਯਾਨੀ ਇੱਕ ਛੋਟੇ ਜੀ ਟੁਕੜੇ ਨੇ ਤੇ ਲੱਥੀ ਹੋਈ ਨੁੱਕਰ ਨੇ ਘਰ ਦੇ ਵਿੱਚ ਇੱਕ ਮਾਹੌਲ ਜਿਹੜਾ ਸੀ ਉਹ ਵੇਦਨਾ ਭਰਿਆ, ਸੰਵੇਦਨਾ ਭਰਿਆ, ਸੋਗ ਭਰਿਆ ਬਣਾ ਦਿੱਤਾ। ਇਹਨਾਂ ਵੇਲਿਆਂ ਦੇ ਵਿੱਚ ਇਸ ਤਰ੍ਹਾਂ ਦਾ ਇਹ ਮਹੱਤਵ ਚਿੱਠੀਆਂ ਦਾ ਹੁੰਦਾ ਸੀ। ਜਿੱਦਾਂ ਤੁਸੀਂ ਇਸ ਚਿੱਠੀ ਦੇ ਬਾਰੇ ਗੱਲ ਕੀਤੀ ਕਿ ਇਸਨੇ ਘਰ ਦੇ ਵਿੱਚ ਦੁੱਖ ਦਾ ਮਾਹੌਲ ਬਣਾ ਦਿੱਤਾ, ਤੇ ਤੁਹਾਨੂੰ ਵੀ ਬਹੁਤ ਸਾਰੀਆਂ ਚਿੱਠੀਆਂ ਆਈਆਂ ਨੇ, ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਖੁਸ਼ੀ ਭਰੀ ਚਿੱਠੀ ਤੇ ਸਭ ਤੋਂ ਦੁੱਖ ਭਰੀ ਚਿੱਠੀ ਕੋਈ ਹੋਵੇ ਤੇ ਉਹਦਾ ਵਰਣਨ ਕਰੋ। ਦੁੱਖ ਭਰੀ ਚਿੱਠੀ ਤਾਂ ਆਹ ਹੀ ਹੈ। ਅੱਛਾ ਜੀ। ਜਿਹੜੀ ਮੈਂ ਆਪਦੀ ਦਾਦੀ ਦੇ ਭਰਾ ਦੀ ਸੁਣੀ ਸੀ। ਅੱਛਾ ਜੀ। ਤੇ ਖੁਸ਼ ਭਰੀ ਚਿੱਠੀ ਆਹ ਹੀ ਹੈ ਜਿਹੜੀ ਮੈਂ ਆਕਾਸ਼ਵਾਣੀ ਤੋਂ ਜਦੋਂ ਮੈਂ ਅਪਰੂਵ ਹੋਇਆ ਸੀ। ਅੱਛਾ। ਤੇ ਉਹ ਮੈਨੂੰ ਅੱਜ ਵੀ ਜਦੋਂ ਮੈਂ ਚਿੱਠੀ ਖੋਲ ਲਈ ਸੀ ਤੇ ਜਾਂ ਉਹ ਦਾਦੀ ਦੇ ਭਰਾ ਦੇ ਸਵਰਗ ਵੱਲ ਚਲੇ ਜਾਣ ਵਾਲੀ ਚਿੱਠੀ ਜੀ ਪੜ੍ਹੀ ਮਾਸੜ ਤੋਂ ਪੜਵਾਈ ਸੀ, ਇਹ ਦੋ ਮੇਰੇ ਵਾਸਤੇ ਅੱਜ ਵੀ ਚੇਤੇ ਨੇ। ਠੀਕ ਹੈ। ਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਚਿੱਠੀਆਂ ਦੇ ਬਾਰੇ ਕਿ ਚਿੱਠੀਆਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਸੀਗੀਆਂ। ਇੱਕ ਹੁੰਦੀ ਸੀ ਗੁਪਤ ਚਿੱਠੀ ਤੇ ਇੱਕ ਹੁੰਦੀ ਸੀ ਸਾਂਝੀ ਚਿੱਠੀ, ਜਿਹੜੀ ਪਰਿਵਾਰ ਦੇ ਵਿੱਚ ਬੈਠ ਕੇ ਪੜ੍ਹੀ ਵੀ ਜਾਂਦੀ ਸੀ ਤੇ ਲਿਖੀ ਵੀ ਜਾਂਦੀ ਸੀਗੀ। ਤੇ ਇਹ ਦੋਨੋਂ ਚਿੱਠੀਆਂ ਜਿਹੜੀਆਂ ਸੀ ਇੱਕ ਦੂਸਰੇ ਨੂੰ ਭੇਜਿਆ ਕਰਦੇ ਸੀ। ਤੇ ਇਸ ਤੋਂ ਇੱਕ ਗੱਲ ਯਾਦ ਆਈ ਮੈਨੂੰ ਕਿ ਗੁਪਤ ਚਿੱਠੀ ਜਿਹੜੀ ਹੁੰਦੀ ਸੀ ਉਹ ਮਤਲਬ ਦੋ ਜਣਿਆਂ ਨੂੰ ਭੇਜੀ ਜਾਂਦੀ ਸੀ ਜਿਹੜੇ ਕਿ ਬਹੁਤ ਹੀ ਨਿੱਜੀ ਸੰਬੰਧ ਦੇ ਵਿੱਚ ਹੁੰਦੇ ਸੀਗੇ। ਜਿੱਦਾਂ ਘਰ ਵਾਲੇ ਨੇ ਘਰ ਵਾਲੀ ਨੂੰ ਚਿੱਠੀ ਲਿਖੀ ਤੇ ਘਰ ਵਾਲੀ ਨੇ ਘਰ ਵਾਲੇ ਨੂੰ ਲਿਖੀ। ਹੁਣ ਇੱਕ ਵਾਰੀ ਘਰ ਵਾਲੀ ਨੇ ਘਰ ਵਾਲੇ ਨੂੰ ਚਿੱਠੀ ਲਿਖੀ ਤੇ ਜਦੋਂ ਘਰ ਵਾਲੇ ਕੋਲੋਂ ਪਹੁੰਚੀ ਉਹ ਚਿੱਠੀ, ਹੁਣ ਉਸਨੂੰ ਪੜ੍ਹਨਾ ਤਾਂ ਆਉਂਦਾ ਨਹੀਂ ਸੀਗਾ, ਤੇ ਉਸਨੇ ਕੀ ਕੀਤਾ ਕਿ ਜਿਸ ਕੋਲ ਚਿੱਠੀ ਪੜਾਉਣੀ ਸੀ ਉਸਨੂੰ ਬੁਲਾਇਆ ਤੇ ਉਹਨੂੰ ਕਿਹਾ ਕਿ ਵੀ ਚਿੱਠੀ ਪੜ੍ਹ, ਤੇ ਉੱਤੋਂ ਦੇ ਉਹਦੇ ਕੰਨਾਂ ਦੇ ਵਿੱਚ ਉਂਗਲੀਆਂ ਦੇ ਦਿੱਤੀਆਂ ਕਿ ਉਹਨੂੰ ਸੁਣਾਈ ਨਾ ਦੇਵੇ ਕਿ ਉਹ ਕੀ ਪੜ੍ਹ ਰਿਹਾ ਆ। ਪਰ ਗੱਲ ਇਹ ਸੀ ਪੜ੍ਹ ਤਾਂ ਉਹੀ ਰਿਹਾ ਹੈ ਨਾ। ਸੋ ਭੋਲੇ ਭਾਲੇ ਜਜ਼ਬਾਤ ਜੀ ਹਨਾ, ਮਤਲਬ ਭੋਲੇ ਭਾਲੇ ਜਜ਼ਬਾਤ, ਚਿੱਠੀ ਸੁਣ ਰਿਹਾ ਕੋਈ, ਪੜ੍ਹ ਰਿਹਾ, ਉਹਦੇ ਬਾਵਜੂਦ ਵੀ ਉਹ ਚ ਇੱਕ ਭੇਦ ਅਭੇਦ ਹੈ ਕਿ ਇਹਦੇ ਕੰਨਾਂ ਚ ਉਂਗਲਾਂ ਦੇ ਦਿਆਂ ਵੀ ਇਹ ਚਿੱਠੀ ਜਿਹੜੀ ਹੈ ਨਾ ਕਿ ਦੇਖੋ ਕਿੰਨੇ ਨਾ ਡੂੰਘੇ ਅਹਿਸਾਸ ਹੁੰਦੇ ਸੀਗੇ। ਤੇ ਉਹੀ ਆਪਾਂ ਗੱਲ ਕਰਨ ਜਾ ਰਹੇ ਹਾਂ, ਸਾਂਝੀ ਤੇ ਗੁਪਤ ਚਿੱਠੀ ਦੇ ਵਿੱਚ ਕੀ ਫਰਕ ਹੁੰਦਾ ਸੀ, ਹੋਰ ਇਹਦੇ ਵਿੱਚ ਕੀ ਹੋ ਸਕਦਾ ਸੀ? ਜਿਹੜੀ ਨਾ ਗੁਪਤ ਚਿੱਠੀ ਹੁੰਦੀ ਸੀ ਉਹ ਇੱਕ ਦੂਜੇ ਦੇ ਪਰਸਪਰ ਆਪਸੀ ਸੰਬੰਧਾਂ ਨੂੰ ਬਿਆਨ ਕਰਦੀ ਸੀ ਜੀ। ਠੀਕ ਹੈ ਨਾ। ਪ੍ਰਦੇਸ਼ ਚੋਂ ਲਿਖ ਰਿਹਾ ਤੇ ਉਹ ਦੱਸ ਰਿਹਾ ਕਿ ਮੈਨੂੰ ਤੇਰੀ ਯਾਦ ਆਉਂਦੀ ਆ, ਹੋ ਗਈ ਮਹੀਨੇ ਦੀ 27 ਮੇਰੇ ਬਾਲਮਾਂ, ਚਿੱਠੀ ਤੇਰੀ ਇੱਕ ਵੀ ਨਾ ਆਈ ਮੇਰੇ ਬਾਲਮਾਂ ਜੀ। ਜਾਂ ਕਾਵਾਂ ਜਾਂਦਾ ਹੋਇਆ ਦੱਸ ਨਾ ਗਿਆ ਮੈਂ, ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ। ਠੀਕ ਹੈ। ਜਾਂ ਕਬੂਤਰਾਂ ਨੂੰ ਤੇ ਕਾਵਾਂ ਨੂੰ ਕਹਿਣਾ ਹੈ ਕਦੀ ਬੋਲ ਤੂੰ ਬਨੇਰੇ ਉੱਤੋਂ ਕਾਵਾਂ ਤੇ ਮਾਹੀ ਦੀ ਕੋਈ ਗੱਲ ਦੱਸ ਵੇ, ਹੈ ਉਹਦਾ ਕੋਈ ਖਤ ਨਾ ਆਇਆ ਤੇ ਹੋ ਗਈ ਹੁਣ ਮੇਰੀ ਬੱਸ ਵੇ। ਜਾਂ ਕਬੂਤਰਾਂ ਨੂੰ ਕਹਿਣਾ ਵੇ ਕਬੂਤਰ ਜਿਹੜਾ ਹੈ ਉਹ ਆਵੇ ਤੇ ਢੋਲ ਦੀ ਚਿੱਠੀ ਲਿਆਵੇ ਤੇ ਚਿੱਠੀ ਦੀ ਖੁਸ਼ੀ ਚ ਮੈਂ ਨੱਚਾਂ ਤੇ ਗਾਵਾਂ। ਯਾਨੀ ਨਿੱਕੇ ਨਿੱਕੇ ਜਜ਼ਬਾਤ, ਪਲ, ਅਹਿਸਾਸ, ਕੋਮਲ ਤਰੰਗਾਂ, ਤਾਂਘਾਂ ਹਨਾ, ਇਹ ਉਦੋਂ ਗੀਤਾਂ ਦੇ ਵਿੱਚ ਵੀ ਗੂੰਜਦੀਆਂ ਸੀ। ਅਸੀਂ ਰੇਡੀਓ ਲਾ ਲੈਣਾ ਤੇ ਰੇਡੀਓ ਦੇ ਉੱਤੇ ਇਹ ਚੀਜ਼ਾਂ ਆਉਣੀਆਂ, ਚਿੱਠੀਆਂ ਦੇ ਗੀਤ ਆਉਣੇ। ਔਰ ਇੱਕ ਹੁੰਦੀ ਆ ਸਾਂਝੀ ਜਿਹੜੀ ਚਿੱਠੀ ਸੀ, ਉਹ ਚ ਭੈਣ ਦਾ ਪਿਆਰ ਵੀਰ ਨੂੰ ਜੀ, ਤੇ ਦਾਦੇ ਦਾ ਦਾਦੀ ਦਾ ਪਿਆਰ ਪੋਤੇ ਨੂੰ, ਮਾਂ ਦਾ ਵੱਖਰਾ ਪਿਆਰ, ਪਿਓ ਦਾ ਵੱਖਰਾ ਪਿਆਰ। ਇਹ ਸਾਂਝੀ ਚਿੱਠੀ ਦੀ ਜਿਹੜੀ ਪਰੰਪਰਾ ਸੀ ਇਹ ਬੜਾ ਚਿਰ ਚੱਲਦੀ ਰਹੀ ਹੈ। ਫਿਰ ਜਦੋਂ ਪਰਦੇਸੀ ਹੋਏ ਅਸੀਂ
ਤੇ ਸਮੁੰਦਰੀ ਜਹਾਜ਼ਾਂ ਰਾਹੀਂ ਚਿੱਠੀਆਂ ਆਉਣੀਆਂ, ਬਿਲਕੁਲ ਕਈ ਮਹੀਨੇ ਭਿੱਜ ਜਾਣੀਆਂ, ਹਾਂ ਪਾੜ ਜਾਣੀਆਂ ਸ਼ਿਪਾਂ ਰਾਹੀਂ। ਫੇਰ ਵੇਲਾ ਆਇਆ ਦੂਜੀ 에ਅਰ ਆ ਗਈ, ਹਨਾ, ਬਾਈ 에ਅਰ ਚਿੱਠੀ ਚੱਲੀ ਆ, ਉੱਤੇ ਜਹਾਜ਼ ਦੀ ਫੋਟੋ ਹੋਣੀ, ਹਾਂ ਤੇ ਜਦੋਂ ਕਿਸੇ ਦੀ ਉਹ ਜਹਾਜ਼ ਵਾਲੀ ਫੋਟੋ ਵਾਲੀ ਆਉਣੀ ਤੇ ਉਹ ਦੂਜੀ ਵਿਦੇਸ਼ੀ, ਹਨਾ, ਹਾਂਜੀ ਸਟੈਂਪ ਲੱਗ ਜਾਂਦੀ ਵਿਦੇਸ਼ੀ ਸਟੈਂਪ ਲੱਗੇ ਹੁੰਦੇ ਸੀਗੇ, ਉਹ ਟਿਕਟਾਂ। ਉਦੋਂ ਅਗਲੇ ਨੇ ਆਖਣ ਲਾਇਆ ਵੀ ਬਾਹਰੋਂ ਚਿੱਠੀ ਆਈ ਆ, ਬੜੇ ਖੁਸ਼ ਹੋਣਾ, ਤੇ ਉਹ ਚਿੱਠੀ ਨੂੰ ਨਾ ਸੰਭਾਲ ਕੇ ਰੱਖਣਾ ਵੀ ਆਪਾਂ ਠਹਿਰ ਕੇ ਪੜਾਂਗੇ ਵਿਹਲੇ ਹੋ ਕੇ, ਹਨਾ, ਆਰਾਮ ਨਾਲ ਸਾਰਾ ਟੱਬਰ ਬਹਿ ਕੇ, ਵੀ ਪਰਦੇਸੀ ਪੁੱਤ ਨੇ ਆਪਦੇ ਹਾਲਾਤ ਬਿਆਨ ਕੀਤੇ ਆ। ਹੁਣ ਗੀਤਾਂ ਦੇ ਵਿੱਚ ਸਪਸ਼ਟ ਆ ਜਾਂਦਾ ਕਿ ਪਰਦੇਸੀ ਪੁੱਤ ਮਾਂ ਨੂੰ ਚਿੱਠੀ ਲਿਖਦਾ, ਤੇ ਉਹ ਮਾਂ ਨੂੰ ਪੁੱਛਦਾ, ਤੇ ਉਹਦਾ ਹਾਲ ਤਾਂ ਪੁੱਛਦਾ ਹੈ, ਆਪਦਾ ਹਾਲ ਨਹੀਂ ਦੱਸਦਾ। ਠੀਕ ਹੈ, ਫਿਰ ਉਹ ਲਿਖਦੀ ਹੈ। ਹੁਣ ਉਹ ਜਦੋਂ ਹਰਭਜਨ ਮਾਨ ਨੇ ਗਾਇਆ ਸੀ ਚਿੱਠੀਏ ਨੀ ਚਿੱਠੀਏ ਹੰਝੂਆਂ ਨਾਲ ਲਿਖੀਏ, ਔਰ ਉਹ ਉਦੋਂ ਹੀ ਛਾ ਗਿਆ, ਕਿਉਂਕਿ ਉਹ ਤੇਰੀ ਮੇਰੀ ਗੱਲ ਸੀ, ਬਿਲਕੁਲ ਇਹਦੀ ਉਹਦੀ ਗੱਲ ਸੀ, ਉਹਦੀ ਇਹਦੀ ਗੱਲ ਸੀ ਜੀ, ਯਾਨੀ ਹਰ ਇੱਕ ਦੇ ਜਜ਼ਬਾਤਾਂ ਨੂੰ ਉਹ ਮਤਲਬ ਟੱਚ ਕਰਦੀ ਸੀ। ਜਦੋਂ ਟੱਚ ਕਰਦੀ ਸੀ ਤੇ ਉਹਨੂੰ ਉਹਦੇ ਕੰਨਾਂ ਨੂੰ ਰਸ ਦਿੰਦੀ ਸੀ ਜੀ। ਠੀਕ ਹੈ ਨਾ। ਫਿਰ ਉਧਰੋਂ ਜਦੋਂ ਪੁੱਤ ਚਿੱਠੀ, ਪਹਿਲਾਂ ਤਾਂ ਮਾਂ ਲਿਖਦੀ ਆ, ਪੁੱਤ ਲਿਖਦਾ, ਉਹ ਜਿਹੜਾ ਆਪਸੀ ਪਿਆਰ ਤੇ ਤਾਂਘ ਦੀ ਉਪਜ ਤੇ ਪੈਦਾਵਾਰ ਆ ਜੀ, ਉਹ ਚਿੱਠੀ ਹੀ ਪੇਸ਼ ਕਰ ਸਕਦੀ ਸੀ। ਕੋਈ ਹੋਰ ਸੁੱਖ ਸੁਨੇਹਾ ਕੰਨਾਂ ਨੂੰ ਜਿਹੜਾ ਦਿੰਦਾ, ਉਹ ਕਹਿੰਦਾ ਮੇਰੇ ਮੁੰਡੇ ਨੂੰ ਕਹੀਂ ਵੀ ਬੇਬੇ ਤੇਰੀ ਠੀਕ ਠਾਕ, ਉਹ ਕਹਿੰਦਾ ਚੰਗਾ ਜਾ ਕੇ ਕਹਿ ਦੂੰਗਾ। ਪਰ ਜੋ ਚਿੱਠੀ ਰਾਹੀਂ ਕਿਹਾ, ਕੱਲਾ ਕੱਲਾ ਸ਼ਬਦ ਲਿਖਿਆ ਹੁੰਦਾ ਸੀ, ਉਹਦੇ ਅਹਿਸਾਸ ਅੰਦਰ ਤੱਕ ਉਤਰ ਜਾਂਦੇ ਸੀ। ਤੇ ਚਿੱਠੀਆਂ ਦੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਇਦਾਂ ਹੀ ਚੱਲਦਾ ਰਹੇਗਾ, ਪਰ ਇੱਥੇ ਅਸੀਂ ਇੱਕ ਬ੍ਰੇਕ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਕੋਲ ਬਹਿ ਕੇ ਸੁਣ ਸੱਜਣਾ ਦੇ ਵਿੱਚ। ਤੇ ਗੱਲ ਚੱਲ ਰਹੀ ਹੈ ਚਿੱਠੀਆਂ ਦੀ, ਚਿੱਠੀਆਂ ਦੇ ਵਿੱਚ ਅਹਿਸਾਸਾਂ ਦੀ, ਸ਼ਬਦਾਂ ਦੀ ਖੇਡ ਦੀ। ਤੇ ਹੁਣ ਜੇਕਰ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਬਈ ਜਿਹੜਾ ਚਿੱਠੀਆਂ ਨੇ ਉਹ ਲਿਖੀਆਂ ਜਾਂਦੀਆਂ ਸੀ ਅਲੱਗ-ਅਲੱਗ ਤਰੀਕਿਆਂ ਦੇ ਨਾਲ, ਤੇ ਹੁਣ ਇਹਦੇ ਵਿੱਚ ਇੱਕ ਬਹੁਤ ਖਾਸ ਗੱਲ ਆ ਕਿ ਚਿੱਠੀ ਲਿਖਣ ਵਾਲਾ ਜਿਹੜਾ ਹੁੰਦਾ ਸੀ, ਜ਼ਰੂਰੀ ਨਹੀਂ ਕਿ ਹਰ ਕਿਸੇ ਦੀ ਜਿਹੜੀ ਲਿਖਾਈ ਆ ਉਹ ਚੰਗੀ ਹੋਵੇ, ਕਿਸੇ ਦੀ ਭੈੜੀ ਲਿਖਾਈ ਵੀ ਹੁੰਦੀ ਸੀ। ਤੇ ਹੁਣ ਭੈੜੀ ਲਿਖਾਈ ਜਦੋਂ ਲਿਖੀ ਜਾਂਦੀ ਸੀ ਜਾਂ ਲਿਖਣ ਦਾ ਢੰਗ ਇਸ ਤਰ੍ਹਾਂ ਹੋ ਜਾਂਦਾ ਸੀ, ਤੇ ਉਹਦੇ ਵਿੱਚ ਜਿਹੜਾ ਸ਼ਬਦ ਲਿਖਿਆ ਹੁੰਦਾ ਸੀ ਉਹ ਕਿਸੇ ਨੂੰ ਪੜ੍ਹਨ ਦੇ ਵਿੱਚ ਔਖ ਹੋ ਜਾਂਦੀ ਸੀ, ਭੁਲੇਖਾ ਪੈਂਦਾ ਸੀ, ਹਨਾ। ਤੇ ਉਹ ਕੁਝ ਲਿਖਿਆ ਹੋਰ ਹੁੰਦਾ ਸੀ ਤੇ ਸੁਣਨ ਦੇ ਵਿੱਚ ਜਾਂ ਪੜ੍ਹਨ ਦੇ ਵਿੱਚ ਸਾਨੂੰ ਕੁਝ ਹੋਰ ਸੁਣ ਜਾਂਦਾ ਸੀਗਾ। ਪਹਿਲੀ ਗੱਲ ਤਾਂ ਇਹ ਦੱਸਾਂ ਜੀ ਕਿ ਟੱਬਰ ਦੇ ਵਿੱਚ ਇਹ ਦੇਖਿਆ ਜਾਂਦਾ ਸੀ ਵੀ ਸਭ ਤੋਂ ਸੁੰਦਰ ਲਿਖਾਈ ਕਿਹਦੀ ਹੈ, ਘੋਟ ਕੇ ਸੋਹਣੇ ਸ਼ਬਦ, ਹਨਾ, ਅੱਖਰ ਕੌਣ ਪਾਉਂਦਾ, ਤੇ ਉਹਦੇ ਤੋਂ ਚਿੱਠੀ ਲਿਖਵਾਉਂਦੇ ਸੀ ਇਹ। ਤੇ ਕਈ ਵਾਰੀ ਘਰ ਦੇ ਕਈ ਜੀਆਂ ਦੀ ਲਿਖਾਈ ਤਾਂ ਉਗੜ ਦੁਗੜੀ ਸੀ, ਸਮਝ ਨਹੀਂ ਸੀ ਆਉਂਦੀ, ਸਾਰਿਆਂ ਦੀ ਵਧੀਆ ਨਹੀਂ ਹੁੰਦੀ ਵੈਸੇ। ਤੇ ਉਹ ਨਾ ਤੁਹਾਡੀ ਸ਼ਖਸੀਅਤ ਆ, ਜਿਹੜੀ ਪਰਸਨੈਲਿਟੀ ਆ, ਉਹ ਤੁਹਾਡੀ ਲਿਖਤ ਤੋਂ ਪਛਾਣੀ ਜਾਂਦੀ ਹੈ। ਜੇ ਤੁਹਾਡੀ ਉਗੜੀ ਦੁਗੜੀ ਆ ਸ਼ਖਸੀਅਤ, ਤੁਸੀਂ ਖਿੰਡੇ ਹੋਏ ਹੋ ਦਿਮਾਗੀ ਤੌਰ ਤੇ, ਤਵਾਜ਼ਨ ਤੌਰ ਤੇ, ਹਨਾ, ਤਾਂ ਤੁਹਾਡੀ ਲਿਖਤ ਦੱਸ ਦੂਗੀ ਤੁਹਾਨੂੰ। ਅੱਖਰ ਟੇਢੇ ਮੇਢੇ ਆ, ਜੇ ਤੁਸੀਂ ਕੰਸਟ੍ਰੇਸ਼ਨ ਬਣੀ ਹੋਈ ਹੈ, ਇਕਾਗਰਤਾ ਬਣੀ ਹੋਈ ਹੈ, ਤੇ ਮਨ ਟਿਕਾਓ ਚ ਆ, ਤੁਹਾਡੇ ਜਿਹੜੇ ਅੱਖਰ ਆ, ਬਣਤਰ ਉਹਨਾਂ ਦੀ ਪੂਰੀ ਚੰਗੀ ਤਰ੍ਹਾਂ ਪਰਫੈਕਟ ਹੋਏਗੀ। ਮੈਂ ਇੱਕ ਲੇਖਕ ਦਾ ਵਿਅੰਗ ਪੜਿਆ, ਉਹਨੇ ਚਿੱਠੀ ਲਿਖੀ, ਬਾਬਾ ਜੀ ਅੱਜ ਮਰ ਗਏ ਹਨ। ਅੱਛਾ, ਠੀਕ ਹੈ। ਉਹ ਗਏ, ਚਿੱਠੀ ਗਈ, ਪਿੱਟਣਾ ਪੈ ਗਿਆ। ਉਹ ਕਹਿੰਦੇ ਕੀ ਹੋਇਆ, ਬਾਬਾ ਜੀ ਮਰ ਗਏ। ਉਹ ਕਹਿੰਦੇ ਚੱਲੀਏ ਭਾਈ ਜਾ, ਬਾਬਾ ਜੀ ਅੱਜ ਮਰ ਗਏ ਹੈ, ਬਾਬਾ ਜੀ ਅੱਜ ਮਰ ਗਏ। ਉਹ ਗਏ ਤੇ ਉਹ ਕਹਿੰਦੇ ਬਾਬਾ ਜੀ ਵਾਲਾ ਤਾਂ ਬਹੁਤ ਮਾੜਾ ਹੋਇਆ ਭਾਈ। ਇਹ ਕੀ ਗੱਲ ਹੋ ਗਈ, ਤੁਸੀਂ ਚਿੱਠੀ ਲਿਖੀ ਸੀ ਹੈ ਵੀ ਬਾਬਾ ਜੀ ਅੱਜ ਮਰ ਗਏ। ਉਹ ਕਹਿੰਦਾ ਮੈਂ ਤਾਂ ਲਿਖਿਆ ਸੀ ਬਾਬਾ ਜੀ ਅਜਮੇਰ ਗਏ ਹਨ। ਗਿਆ ਬਾਬਾ ਅਜਮੇਰ ਸੀ ਤੇ ਭੇਜਤਾ ਦੂਜੇ ਘਰ, ਭੇਜਿਆ ਗੰਦੀ ਲਿਖਾਈ ਨੇ। ਸੋ ਕਈ ਵਾਰੀ ਏਦਾਂ ਦੇ ਭੁਲੇਖੇ ਪੈਂਦੇ ਸੀ। ਤੇ ਦੇਖੋ ਕਿ ਜਿੱਦਾਂ ਹੁਣ ਇਹ ਭੁਲੇਖਾ ਇੱਕ ਤੁਸੀਂ ਗੱਲ ਕੀਤੀ ਵੀ ਮਰ ਗਏ ਸੀ ਤੇ ਗਏ ਉਹ ਅਜਮੇਰ ਸੀਗੇ, ਬਾਬਾ ਜੀ ਅੱਜ ਮਰ ਗਏ ਹਨ, ਹਨਾ। ਤੇ ਗੱਲ ਦੇਖੋ ਕਿ ਜਿਨ੍ਹਾਂ ਦੇ ਘਰੇ ਚਿੱਠੀ ਪਹੁੰਚੀ, ਜਿਨ੍ਹਾਂ ਨੇ ਪੜ੍ਹੀ, ਉਹਨਾਂ ਦੇ ਵਿੱਚ ਤਾਂ ਅਫਸੋਸ ਦੀ ਲਹਿਰ ਚੱਲ ਪਈ। ਤੇ ਉਹ ਜਿਹੜੀ ਲਹਿਰ ਆ ਨਾ, ਉਹ ਉਦੋਂ ਤੱਕ ਚੱਲਦੀ ਰਹਿਣੀ ਸੀ ਜਦ ਤੱਕ ਉਹ ਗੱਲ ਅਗਲੀ ਚਿੱਠੀ ਤੱਕ ਕਲੀਅਰ ਨਹੀਂ ਹੋ ਜਾਂਦੀ, ਜਾਂ ਫਿਰ ਆਪ ਪਹੁੰਚ ਕੇ ਉਸ ਗੱਲ ਦਾ ਹੱਲ ਨਹੀਂ ਲੱਭ ਲੈਂਦੇ ਸੀ। ਤੇ ਇਹ ਇੱਕ ਬੜੀ ਮਤਲਬ ਸਮੱਸਿਆ ਵੀ ਸੀਗੀ, ਤੇ ਸਾਡੀਆਂ ਗੱਲਾਂ ਯਾਦ ਰਹਿ ਜਾਂਦੀਆਂ ਨੇ, ਰੋਚਕ ਗੱਲਾਂ ਬਣ ਜਾਂਦੀਆਂ ਨੇ ਕਈ ਵਾਰੀ, ਹੈ ਨਾ। ਤੇ ਹੁਣ ਆਪਾਂ ਅਗਲੇ ਸਵਾਲ ਤੇ ਪਹੁੰਚਦੇ ਹਾਂ। ਬਹੁਤ ਵਾਰੀ ਆਪਾਂ ਸੁਣਦੇ ਹਾਂ ਤੇ ਦੇਖਦੇ ਵੀ ਹਾਂ ਹਜੇ ਤੱਕ ਆਕਾਸ਼ਵਾਣੀ ਤੇ ਦੂਰਦਰਸ਼ਨ। ਤੁਸੀਂ ਦੇਖੋ ਕਿ ਹਜੇ ਵੀ ਮਤਲਬ ਅਜੋਕੇ ਸਮੇਂ ਦੇ ਵਿੱਚ ਵੀ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਨੇ,
ਅੱਜ ਵੀ ਹਜੇ ਰਿਵਾਜ ਹੈ ਕਿ ਆਕਾਸ਼ਵਾਣੀ ਦੇ ਵਿੱਚ ਤੁਹਾਨੂੰ ਚਿੱਠੀ ਸੁਣਨ ਨੂੰ ਮਿਲਦੀ ਹੈ ਤੇ ਲੋਕੀ ਚਿੱਠੀਆਂ ਭੇਜਦੇ ਨੇ। ਦੂਰਦਰਸ਼ਨ ਦੇ ਵਿੱਚ ਵੀ ਇਦਾਂ ਹੀ ਹੈ। ਇਹ ਜਿਹੜਾ ਉਪਰਾਲਾ ਹੈ ਕਿੰਨਾ ਕੁ ਸਾਰਥਕ ਹੋ ਸਕਿਆ? ਬੜਾ। ਪਤਾ ਕਿਉਂ ਜੀ? ਇੱਕ ਚਿੱਠੀ ਲਿਖਣ ਦੀ ਪਰੰਪਰਾ ਜਿਹੜੀ ਸੀ ਉਹਦੇ ਚ ਇਹਨੇ ਵਾਧਾ ਕੀਤਾ। ਰੇਡੀਓ ਨੂੰ ਚਿੱਠੀ ਤੇ ਟੀਵੀ ਨੂੰ ਚਿੱਠੀ। ਜੀ। ਜਦੋਂ ਕੋਈ ਬੰਦਾ ਰੇਡੀਓ ਨਾਲ ਜੁੜਿਆ ਹੈ ਜਾਂ ਟੀਵੀ ਨਾਲ ਜੁੜਿਆ ਹੈ ਤਾਂ ਉਹ ਜਿਹੜੇ ਖਤਾਂ ਦੇ ਪ੍ਰੋਗਰਾਮ ਆ, ਇੱਕ ਖਤ ਤੁਹਾਡੇ ਨਾਮ ਜਾਂ ਤੁਹਾਡੇ ਖਤ ਜਵਾਬ ਸਾਡੇ, ਜਾਂ ਚਿੱਠੀ ਆਈ ਸੱਜਣਾ ਦੀ, ਹਨਾ, ਇਸ ਤਰ੍ਹਾਂ ਦੇ ਪ੍ਰੋਗਰਾਮ ਚੱਲਦੇ ਹੁੰਦੇ ਸੀ, ਅਸੀਂ ਸੁਣਦੇ ਸੀਗੇ ਨਿੱਕੇ ਹੁੰਦੇ। ਤਾਂ ਉਹ ਲੋਕ ਜੁੜੇ ਹੋਏ ਸੀ ਕਲਾ ਨਾਲ, ਰੇਡੀਓ ਨਾਲ, ਟੀਵੀ ਨਾਲ, ਤੇ ਉਹ ਚਿੱਠੀ ਲਿਖਦੇ ਸੀ। ਤੇ ਉਹ ਕਮਾਲ ਦੀ ਗੱਲ ਪਤਾ ਕੀ ਕਰਦੇ ਸੀ? ਇੱਕ ਤਾਂ ਆਪਣੇ ਵਿਚਾਰ ਦਿੰਦੇ ਸੀ ਕਿ ਸਾਨੂੰ ਫਲਾਨਾ ਨਾਟਕ ਬੜਾ ਅੱਛਾ ਲੱਗਾ, ਸਾਨੂੰ ਫਲਾਨਾ ਗੀਤ ਬੜਾ ਅੱਛਾ ਲੱਗਾ, ਹੈਨਾ, ਸਾਨੂੰ ਆਹ ਪ੍ਰੋਗਰਾਮ ਖੇਤੀਬਾੜੀ ਦੇ ਵਿੱਚ ਆਹ ਅੱਛਾ ਲੱਗਾ, ਤੁਹਾਡਾ ਧੰਨਵਾਦ। ਉਹ ਨਾਲ ਆਲੋਚਨਾ ਵੀ ਕਰਦੇ ਸੀ ਕਿ ਇਸ ਪ੍ਰੋਗਰਾਮ 'ਚ ਆਹ ਵੀਕਨੈਸ ਸੀਗੀ, ਇਸ ਪ੍ਰੋਗਰਾਮ ਨੂੰ ਹੋਰ ਸੁਧਾਰਿਆ ਜਾਵੇ। ਠੀਕ ਆ, ਦੋ ਕੰਮ ਚੰਗੇ ਹੋ ਰਹੇ ਸੀ। ਤੀਜਾ ਇੱਕ ਤੈਨੂੰ ਮੈਂ ਦੱਸਾਂ ਪੂਜਾ, ਉਹ ਇਹ ਸੀ ਕਿ ਫਰਮਾਇਸ਼ੀ ਗੀਤ, ਚਿੱਠੀ ਲਿਖ ਕੇ ਫਰਮਾਇਸ਼ ਕਰਨੀ, ਮੈਨੂੰ ਫਲਾਨੀ ਫਿਲਮ ਦਾ ਗੀਤ ਸੁਣਾਓ, ਤੇ ਉਹਦਾ ਗੀਤ ਦੀ ਚਿੱਠੀ ਪੜ੍ਹ ਕੇ ਫਲਾਨਾ ਸਿੰਘ ਪੁੱਤਰ ਫਲਾਨਾ ਸਿੰਘ, ਪਿੰਡ ਫਲਾਨਾ, ਡਾਕਖਾਨਾ ਖਾਸ, ਜ਼ਿਲ੍ਹਾ ਫਲਾਨਾ, ਤਹਿਸੀਲ ਫਲਾਨੀ, ਹਾਂਜੀ, ਉੱਥੋਂ ਇਹ ਚਿੱਠੀ ਲਿਖਦਾ ਹੈ ਤੇ ਇਹ ਮੰਗ ਕਰਦਾ ਕਿ ਆਹ ਗੀਤ ਮੇਰੀ ਫਰਮਾਇਸ਼, ਤੇ ਫਰਮਾਇਸ਼ੀ ਨੇ ਇਹਨਾਂ ਦੇ ਨਾਲ ਮਿੱਤਰ ਫਲਾਨਾ ਸਿੰਘ ਹਨਾ, ਉਹਨਾਂ ਦੇ ਨਾਮ ਬੋਲੇ ਜਾਣੇ, ਫਿਰ ਗੀਤ ਲੱਗਣਾ ਤੇ ਉਹਨਾਂ ਨੇ ਸੁਣਨਾ ਤੇ ਫਿਰ ਖੁਸ਼ ਹੋਣਾ ਵੀ ਸਾਡੇ ਨਾਂ ਆਏ। ਅੱਛਾ, ਸਾਰਾ ਟੱਬਰ ਵੀ ਬੈਠ ਕੇ ਸੁਣਦਾ ਹੁੰਦਾ ਸੀ ਚਿੱਠੀਆਂ ਰੇਡੀਓ ਦੇ ਉੱਤੇ, ਟੀਵੀ ਦੇ ਉੱਤੇ। ਰੇਡੀਓ ਨੂੰ ਵੇਖ ਕੇ ਟੀਵੀ ਵਾਲਿਆਂ ਨੇ ਚਿੱਠੀਆਂ ਸ਼ੁਰੂ ਕੀਤੀਆਂ। ਟੀਵੀ ਦੇ ਉੱਤੇ ਬਹੁਤ ਲੰਮਾ ਸਮਾਂ ਚਿੱਠੀਆਂ ਦੇ ਸਵਾਲ ਜਵਾਬ ਚੱਲਦੇ ਰਹੇ। ਅੱਛਾ, ਉਹ 'ਚ ਇੱਕ ਹੋਰ ਗੱਲ ਸੀ, ਫਿਰ ਉਤਸ਼ਾਹ ਮਿਲਦਾ ਸੀ ਬਿਲਕੁਲ ਵੀ ਇਹ ਬੰਦਾ ਜੇ ਚਿੱਠੀ ਲਿਖ ਸਕਦਾ ਟੀਵੀ ਰੇਡੀਓ ਤੇ ਮੈਂ ਕਿਉਂ ਨਹੀਂ ਲਿਖ ਸਕਦਾ, ਮੇਰਾ ਨਾਮ ਵੀ ਆਊਗਾ। ਔਰ ਉਹਨਾਂ ਵੇਲਿਆਂ 'ਚ, ਜੇ ਅੱਜ ਤੋਂ ਮੈਂ 20 ਸਾਲ ਪਹਿਲੇ ਦੀ ਗੱਲ ਕਰਾਂ, ਤੇ ਕਈ ਬੰਦੇ ਇਸ ਕਰਕੇ ਮਸ਼ਹੂਰ ਹੋ ਗਏ ਕਿ ਉਹ ਟੀਵੀ ਦੇ ਉੱਤੇ ਜਾਂ ਰੇਡੀਓ ਦੇ ਉੱਤੇ ਚਿੱਠੀ ਲਿਖਦੇ ਸੀ ਤੇ ਉਹਨਾਂ ਦਾ ਨਾਮ ਪੜ੍ਹ ਕੇ ਉਹਨਾਂ ਦਾ ਲੋਕ ਸਾਰੇ ਉਹਨਾਂ ਨੂੰ ਜਾਣਨ ਲੱਗ ਗਏ ਸੀ। ਇਹ ਗੱਲ ਤਾਂ ਮੈਂ ਆਪ ਵੀ ਮਹਿਸੂਸ ਕੀਤੀ ਆ, ਕਿਉਂਕਿ ਜਦੋਂ ਅਸੀਂ ਵੀ ਰੇਡੀਓ 'ਚ ਸੀ ਤੇ ਚਿੱਠੀਆਂ ਆਉਂਦੀਆਂ ਸੀ, ਔਰ ਹਜੇ ਤੱਕ ਆਉਂਦੀਆਂ ਨੇ, ਤੇ ਕਈ ਲੋਕ ਇਦਾਂ ਦੇ ਸੀ ਜਿਹੜੇ ਬਾਰ-ਬਾਰ ਚਿੱਠੀ ਲਿਖਦੇ ਹੁੰਦੇ ਸੀਗੇ। ਉਹਨਾਂ ਨੂੰ ਇੱਕ ਤੇ ਸੀ, ਮੋਹ ਸੀ, ਉਹਨਾਂ ਨੇ ਅੱਛਾ ਇਹ ਵੀ ਝੋਰਾ ਕਰਨਾ। ਆਪਾਂ ਸੁਣਦੇ ਸੀ ਨਾ ਵੀ ਤੁਸੀਂ ਜੀ ਮੇਰੀ ਚਿੱਠੀ ਦਾ ਜਵਾਬ ਨਹੀਂ ਦਿੱਤਾ, ਤੇ ਇਸ ਕਰਕੇ ਮੇਰੀ ਚਿੱਠੀ ਨੂੰ ਹੁਣ ਕੂੜੇਦਾਨ 'ਚ ਨਾ ਸਿੱਟਿਓ, ਇਹਦਾ ਜਵਾਬ ਦਿਓ। ਠੀਕ ਹੈ, ਇਹ ਬੜਾ ਅੱਛਾ ਪ੍ਰਕਿਰਿਆ ਸੀਗੀ, ਚੱਲਦੀ ਰਹੀ, ਹੁਣ ਵੀ ਚੱਲਦੀ ਹੈ, ਤੇ ਇਹ ਚੱਲਣੀ ਵੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਹੈ, ਇਹ ਲੋਕਾਂ ਨੂੰ ਆਪਸ ਦੇ ਵਿੱਚ ਜੋੜ ਕੇ ਰੱਖਦੀ ਆ, ਕਿਉਂਕਿ ਅੱਜ ਕੱਲ ਦੇ ਸਮੇਂ 'ਚ ਤੁਸੀਂ ਦੇਖੋ ਵੀ ਜਿੱਥੇ ਪਹਿਲਾਂ ਇੱਕ ਸਾਂਝਾ ਪਰਿਵਾਰ ਹੁੰਦਾ ਸੀ, ਇੱਕ ਗਲੀ ਦੇ ਵਿੱਚ ਇੰਨੇ ਸਾਰੇ ਘਰ ਹੁੰਦੇ ਸੀ ਤੇ ਸਭ ਨੂੰ ਪਤਾ ਹੁੰਦਾ ਸੀ ਵੀ ਨਾਲ ਦੇ ਗਵਾਂਢੀ ਦਾ ਨਾਮ ਕੀ ਆ, ਉਹਦੇ ਘਰ ਦੇ ਵਿੱਚ ਚੱਲ ਕੀ ਰਿਹਾ, ਇਹ ਵੀ ਪਤਾ ਹੁੰਦਾ ਸੀ ਸਾਨੂੰ। ਤੇ ਅੱਜ ਦਾ ਜਿਹੜਾ ਸਮਾਂ ਆ, ਤੁਸੀਂ ਦੇਖੋ ਕਿ ਬਿਲਕੁਲ ਨਾਲ ਘਰ ਹੋਣ ਦੇ ਬਾਵਜੂਦ ਵੀ ਸਾਨੂੰ ਗਵਾਂਢੀ ਦਾ ਨਾਮ ਨਹੀਂ ਪਤਾ ਹੁੰਦਾ। ਬਿਲਕੁਲ ਠੀਕ ਹੈ। ਪਤਾ ਕੀ ਹੋਇਆ, ਇਹ ਜਦੋਂ ਸਮੇਂ ਨੇ ਅੰਗੜਾਈ ਭੰਨੀ, ਕਰਵਟ ਲਈ, ਮਾਹੌਲ ਬਦਲੇ ਤੇ ਦਿਮਾਗ ਵੀ ਬਦਲ ਗਏ, ਸੋਚਾਂ ਵੀ ਬਦਲ ਗਈਆਂ। ਉਦੋਂ ਭਾਈਚਾਰਕ ਸਾਂਝਾਂ ਸੀ, ਸ਼ਰੀਕਾ ਕਬੀਲਾ ਜਾਂ ਬਹੁਤ ਘੱਟ ਸਾੜਾ ਕਰਦੇ ਸੀ। ਹੁਣ ਇਹ ਆ ਵੀ ਜੇ ਗੁਆਂਢੀ ਨੇ ਕੋਠੀ ਪਾ ਲਈ ਤੇ ਚਵਾਰਾ ਪਾ ਲਿਆ, ਤੇ ਜਿਹਦੇ ਨਹੀਂ ਉਹ ਕਹਿੰਦਾ ਵੀ ਸਣੇ ਮਿਸਤਰੀ ਚਵਾਰਾ ਥੱਲੇ ਕਦੋਂ ਆਊਗਾ, ਚਾਹੇ ਕਰਜ਼ੇ ਥੱਲੇ ਦੱਬ ਜਾਣਗੇ। ਕੁਛ ਮਰਜੀ ਸੋਚ ਚ ਨਿਘਾਰ ਆਇਆ। ਜਦੋਂ ਸੋਚ ਚ ਨਿਘਾਰ ਆਇਆ, ਉਦੋਂ ਫਿਰ ਚਿੱਠੀਆਂ ਵਰਗੀਆਂ ਭਾਵਨਾਵਾਂ ਜਿਹੜੀਆਂ ਸੀ ਕੋਮਲ, ਉਹ ਵੀ ਕੁਚਲੀਆਂ ਗਈਆਂ। ਤਾਂ ਇੱਕ ਨਾ ਵੱਡੀ ਗੱਲ, ਤੂੰ ਵੀ ਜਦੋਂ ਪੜ੍ਹਦੀ ਸੀ, ਆਪਾਂ ਨੂੰ ਅਧਿਆਪਕ ਸਬਕ ਦਿੰਦੇ ਹੁੰਦੇ। ਇੱਕ ਕਿਤਾਬ ਹੁੰਦੀ ਸੀ ਬਿਨੈ ਪੱਤਰ ਲਿਖਣ ਵਾਲੀ, ਅਰਜ਼ੀਆਂ ਲਿਖਣ ਵਾਲੀ, ਤੇ ਨਾਲ ਚਿੱਠੀ ਦਾ ਵੀ ਇੱਕ ਅਭਿਆਸ ਪਾਠ ਹੁੰਦਾ ਸੀ ਕਿ ਤੁਸੀਂ ਆਪਣੇ ਫੁੱਫੜ ਨੂੰ ਚਿੱਠੀ ਲਿਖਣੀ ਹੈ, ਜਾਂ ਭੂਆ ਨੂੰ, ਜਾਂ ਨਾਨਕੇ, ਹਨਾ, ਜਾਂ ਆਪਣੇ ਮਿੱਤਰ ਨੂੰ ਚਿੱਠੀ ਲਿਖਣੀ ਆ, ਤੇ ਉਹ ਕਿਵੇਂ ਲਿਖਣੀ ਆ, ਟੈਕਨੀਕਲੀ ਦੱਸਿਆ ਜਾਂਦਾ ਸੀ। ਸ਼ੁਰੂ ਕਿਵੇਂ ਕਰਨੀ ਆ, ਤਰੀਕ ਕਿੱਥੇ ਪਾਉਣੀ ਹੈ, ਤੇ ਸ਼ੁਰੂ ਕਰਕੇ ਫਿਰ ਅੱਧ ਚ, ਮੱਧ ਚ ਕੀ ਆਉਣਾ, ਅੰਤ ਉੱਤੇ ਕੀ ਲਿਖਣਾ, ਤੇ ਉਹਦਾ ਜਿਹੜਾ ਤੁਸੀਂ ਲਿਖਣਾ ਆਪ ਜੀ ਦਾ ਸ਼ੁਭ ਚਿੰਤਕ, ਜੇ ਤੁਸੀਂ ਵੱਡੇ ਹੋ ਤਾਂ ਛੋਟੇ ਨੂੰ ਸ਼ੁਭ ਚਿੰਤਕ, ਜੇ ਤੁਸੀਂ ਛੋਟੇ ਹੋ ਤਾਂ ਆਪ ਜੀ ਦਾ ਆਦਰ ਸਤਿਕਾਰ ਨਾਲ ਆਪ ਜੀ ਦਾ ਅਜੀਜ਼, ਜਾਂ ਆਪ ਜੀ ਦਾ ਬਹੁਤ ਪਿਆਰਾ, ਜੇ ਪੁੱਤ ਨੇ ਲਿਖਣਾ ਤਾਂ ਆਪ ਦੀਆਂ ਅੱਖੀਆਂ ਦਾ ਤਾਰਾ। ਇਹ ਸਾਨੂੰ ਉਦੋਂ ਪੜ੍ਹਾਇਆ ਜਾਂਦਾ ਸੀ, ਅਸੀਂ ਪੜ੍ਹਦੇ ਸੀ। ਤੇ ਕਲਾਸ ਦੇ ਵਿੱਚ ਅਸੀਂ ਅਧਿਆਪਕ ਨੂੰ ਵੀ ਚਿੱਠੀ ਲਿਖਦੇ ਹੁੰਦੇ ਸੀ ਕਿ ਜਦੋਂ ਸਾਨੂੰ ਛੁੱਟੀ ਚਾਹੀਦੀ ਹੁੰਦੀ ਸੀ ਜ਼ਰੂਰੀ ਕੰਮ ਵਾਸਤੇ, ਅਰਜੀ, ਬਿਨੈ ਪੱਤਰ, ਅੱਛਾ ਫੀਸ ਮਾਫੀ ਦੀ,
ਤੇ ਕਈ ਬੱਚੇ ਤਾਂ ਜਿੱਦਾਂ ਆਪਾਂ ਵੀ ਆਪਣੀ ਗੱਲ ਕਰ ਲੈਂਦੇ, ਸਾਰੇ ਬੱਚਿਆਂ ਨੇ ਕੀਤਾ ਹੁੰਦਾ ਕਿ ਬੱਚੇ ਝੂਠੀ ਮੂਠੀ ਦੀ ਚਿੱਠੀ ਲਿਖ ਦਿੰਦੇ ਹੁੰਦੇ ਸੀਗੇ, ਅੱਜ ਹੀ ਲਿਖ ਦਿੰਦੇ ਸੀ ਵੀ ਅੱਜ ਮੈਨੂੰ ਅੱਧੀ ਛੁੱਟੀ ਚਾਹੀਦੀ ਆ, ਮੇਰਾ ਢਿੱਡ ਦੁਖਦਾ, ਤੇ ਜਾ ਕੇ ਦੇਖਣਾ ਕੀ ਹੁੰਦਾ ਸੀ, ਸ਼ਕਤੀਮਾਨ ਮੇਰਾ ਢਿੱਡ ਦੁਖਦਾ, ਮੈਂ ਦਵਾਈ ਲੈਣ ਜਾਣਾ। ਮੈਂ ਬਹੁਤ ਵਾਰੀ ਬਹਾਨੇ ਲਾਏ ਇਸ ਗੱਲ ਨੂੰ ਲੈ ਕੇ। ਚਲੋ ਤੁਹਾਨੂੰ ਬਹਾਨੇ, ਇਸੇ ਬਹਾਨੇ ਚੇਤੇ ਤਾਂ ਆਏ ਨਾ। ਹਾਂਜੀ, ਨਹੀਂ ਸਹੀ ਗੱਲ ਆ। ਇਹ ਯਾਦਾਂ ਜਿਹੜੀਆਂ ਨੇ, ਮੈਂ ਕਹਿੰਦੀ ਹੁੰਨੀ ਆ ਕਿ ਤੁਹਾਨੂੰ ਬੋਲ ਭੁੱਲ ਜਾਂਦੇ ਨੇ, ਪਰ ਯਾਦਾਂ ਜਿਹੜੀਆਂ ਹਮੇਸ਼ਾ ਤੁਹਾਡੇ ਜ਼ਿਹਨ ਦੇ ਵਿੱਚ ਬਰਕਰਾਰ ਰਹਿੰਦੀਆਂ ਨੇ। ਬਿਲਕੁਲ। ਤੇ ਸਰ ਹੁਣ ਆਪਾਂ ਜੇ ਅੱਗੇ ਗੱਲ ਕਰਦੇ ਆ ਕਿ ਅੱਜ ਕੱਲ ਜਿੱਦਾਂ ਸਮਾਂ ਬਦਲ ਗਿਆ, ਸੋਸ਼ਲ ਮੀਡੀਆ ਆ ਗਿਆ, ਤੇ ਇਹਦੀ ਆਮਦ ਦੇ ਆਉਣ ਦੇ ਨਾਲ ਹਜੇ ਵੀ ਕਿ ਤੁਸੀਂ ਚਿੱਠੀਆਂ ਲਿਖਦੇ ਹੋ ਜਾਂ ਪੜ੍ਹਦੇ ਹੋ? ਮੈਨੂੰ ਨਾ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਮੈਨੂੰ ਥੱਬਿਆਂ ਦੇ ਥੱਬੇ ਚਿੱਠੀਆਂ ਆਉਂਦੀਆਂ ਸੀ। ਅੱਛਾ। ਅਜੇ ਵੀ ਪਈਆਂ। ਤੇ ਮੈਂ ਇੱਕ ਵਧੀਆ ਗੱਲ ਦੱਸਾਂ ਜੀ, ਮੈਨੂੰ ਹੁਣ ਤੱਕ ਲੇਖਕਾਂ ਤੇ ਕਲਾਕਾਰਾਂ ਦੀਆਂ, ਸਾਹਿਤਕਾਰਾਂ ਦੀਆਂ, ਵਿਦਵਾਨਾਂ ਦੀਆਂ ਜਿਹੜੀਆਂ ਚਿੱਠੀਆਂ ਆਈਆਂ ਸੀ ਉਹ ਮੈਂ ਇਕੱਠੀਆਂ ਕਰ ਲਈਆਂ। ਅੱਛਾ। ਸਿਲੈਕਟਡ, ਚੋਣਵੀਆਂ, ਉਹਨਾਂ ਨੂੰ ਇਕੱਠੀਆਂ ਕਰਕੇ ਮੈਂ ਉਹਨਾਂ ਦੀ ਇੱਕ ਕਿਤਾਬ ਛਾਪ ਰਿਹਾ। ਉਹਦਾ ਨਾਮ ਲਿਖਿਆ ਚਿੱਠੀਆਂ ਤੁਰੀਆਂ ਮੇਰੇ ਨਾਲ, ਸੰਪਾਦਕ ਨਿੰਦਰ ਘੁਗਿਆਨਵੀ। ਇੱਕ ਤਾਂ ਉਹਨਾਂ ਦੀਆਂ ਚਿੱਠੀਆਂ ਤੇ ਹੱਥ ਲਿਖਤਾਂ ਸਮਝ ਗਈਆਂ, ਇੱਕ ਉਸ ਸਮੇਂ ਦਾ ਵਿਵਰਣ ਤੇ ਯਾਦਾਂ ਸਮਝ ਗਈਆਂ, ਇੱਕ ਮੈਨੂੰ ਪ੍ਰੇਰਨਾ ਸਰੋਤ ਕੌਣ ਬਣਦੇ ਰਹੇ ਉਹ ਵੀ ਵਿੱਚ ਵੇਰਵੇ ਆ ਗਏ। ਸਭੇ ਰਿਸ਼ਤੇ ਰਾਹ ਵਿੱਚ ਰਹਿ ਗਏ, ਚਿੱਠੀਆਂ ਤੁਰੀਆਂ ਮੇਰੇ ਨਾਲ। ਇਹ ਗੁਰਭਜਨ ਗਿੱਲ ਨੇ ਮੈਨੂੰ ਆਈਡੀਆ ਦਿੱਤਾ ਸੀ। ਸੋ ਉਹ ਇੱਕ ਕਿਤਾਬ ਮੈਂ ਹੁਣ ਸੰਪਾਦਿਤ ਕੀਤੀ ਆ। ਤੇ ਹੁਣ ਨਾ ਮੈਂ ਤਾਂਘਦਾ ਕਿਸੇ ਹੱਥ ਨਾਲ ਲਿਖੀ ਚਿੱਠੀ ਨੂੰ, ਪਰ ਹੁਣ ਨਾ ਟਿਕ ਟਿਕ ਤੇ ਇਹਦੇ ਤੇ ਆ ਜਾਂਦਾ। ਬਿਲਕੁਲ। ਤੇ ਜਾਂ ਈਮੇਲ ਆ ਜਾਂਦੀ ਆ ਜੀ, ਜਾਂ ਵੌਇਸ ਮੈਸੇਜ ਆ ਜਾਂਦਾ, ਜਾਂ ਫਿਰ ਫੋਨ ਤੇ ਟੈਕਸਟ ਮੈਸੇਜ ਆ ਜਾਂਦਾ, ਤੇ ਚਿੱਠੀ ਜਿਹੜੀ ਆ ਉਹ ਨਹੀਂ ਆਉਂਦੀ। ਕਿਉਂਕਿ ਕਿਸੇ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ। ਅਗਰ ਅਸੀਂ ਵੀ ਚਿੱਠੀ ਲਿਖਣਾ ਚਾਹੀਏ ਕਿ ਸਾਡਾ ਦਿਲ ਆ, ਅਸੀਂ ਚਿੱਠੀ 'ਚ ਹੀ ਗੱਲ ਕਰਨੀ ਆ, ਪਰ ਅਗਲੇ ਬੰਦੇ ਕੋਲ ਸਮਾਂ ਨਹੀਂ ਕਿ ਤੁਹਾਨੂੰ ਚਿੱਠੀ ਦੇ ਵਿੱਚ ਜਵਾਬ ਦੇ ਸਕੇ, ਤੇ ਜਾਂ ਫਿਰ ਉਹ ਤੁਹਾਨੂੰ ਪ੍ਰੋਪਰ ਚਿੱਠੀ ਲਿਖੇ, ਸ਼ਬਦਾਂ ਦੀ ਬਣਾਵਟ ਕਰੇ ਤੇ ਫਿਰ ਤੁਹਾਨੂੰ ਭੇਜੇ। ਕਿਉਂਕਿ ਨਾ ਤਾਂ ਹੁਣ ਉਦਾਂ ਦੇ ਅਹਿਸਾਸ ਰਹੇ ਨੇ ਤੇ ਨਾ ਹੀ ਉਦਾਂ ਦਾ ਸਮਾਂ ਰਿਹਾ। ਇੱਕ ਹੋਰ ਵੱਡੀ ਗੱਲ ਦੱਸਦਾ ਜੀ, ਪੋਸਟ ਆਫਿਸ ਜਿਹੜੇ ਆ ਪਿੰਡਾਂ ਚੋਂ ਚੱਕੇ ਜਾਣ ਲੱਗੇ, ਉਹ ਘਾਟੇ 'ਚ ਜਾ ਰਹੇ ਆ। ਬਾਕਸ ਤਾਂ ਦਿਖਦਾ ਹੀ ਨਹੀਂ ਵੀ ਜੀ 'ਚ ਚਿੱਠੀ ਪਾਈਏ। ਜੀ ਬਿਲਕੁਲ, ਠੀਕ ਆ ਨਾ। ਔਰ ਸ਼ਹਿਰਾਂ ਦੇ ਵਿੱਚ ਕੁਝ ਡਾਕਖਾਨੇ ਰਹਿ ਗਏ ਆ, ਉਹ ਵੀ ਜਦੋਂ ਹੁਣ ਕੋਰੀਅਰ ਸਾਡੇ ਆ, ਕੋਰੀਅਰ ਸਰਵਿਸ ਚੱਲ ਪਈ, ਕਿਤਾਬਾਂ ਆਉਂਦੀਆਂ ਹੁੰਦੀਆਂ ਸੀਗੀਆਂ ਡਾਕ 'ਚ, ਰਸਾਲੇ ਆਉਂਦੇ ਹੁੰਦੇ ਸੀ, ਮੈਗਜ਼ੀਨ ਆਉਂਦੇ ਹੁੰਦੇ ਸੀ ਲੋਕਾਂ ਦੇ ਘਰਾਂ 'ਚ। ਸੋ ਸਾਰਾ ਜਿਹੜਾ ਇੱਕਦਮ। ਅੱਛਾ, ਬੜੀ ਸੋਹਣੀ ਜੀ ਗੱਲ ਹੈ ਇਹ ਸਰ। ਦੇਖੋ ਕਿ ਡਾਕਖਾਨਿਆਂ ਦੇ ਵਿੱਚੋਂ ਲੈਟਰ ਬਾਕਸ ਚੱਕੇ ਜਾ ਰਹੇ ਨੇ ਤੇ ਘਰਾਂ ਦੇ ਬਾਹਰ ਲੈਟਰ ਬਾਕਸ ਲਗਾਏ ਜਾ ਰਹੇ ਨੇ। ਹਾਂ, ਘਰਾਂ ਦੇ ਬਾਹਰ ਇਹ ਇੱਕ ਪਰਿਵਰਤਨ ਜਿਹੜਾ ਸਮਾਂ ਬਦਲਿਆ, ਸਮੇਂ ਦੀ ਤਾਰੀਖ ਬਦਲੀ, ਤਾਰੀਖ ਬਦਲੀ। ਸੋ ਬਹੁਤ ਵਧੀਆ ਲੱਗਿਆ ਸਾਨੂੰ ਅੱਜ ਦੇ ਇਸ ਵਿਸ਼ੇ ਦੇ ਉੱਤੇ ਗੱਲ ਕਰਕੇ ਕਿ ਚਿੱਠੀਆਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਮਹੱਤਵ ਰੱਖਦੀਆਂ ਨੇ। ਤੇ ਮੈਨੂੰ ਲੱਗਦਾ ਕਿ ਹਜੇ ਵੀ ਅਗਰ ਸਾਨੂੰ ਕਿਤੇ ਸਮਾਂ ਮਿਲੇ ਤੇ ਸਾਨੂੰ ਆਪਣੇ ਸੱਜਣਾ ਮਿੱਤਰਾਂ ਦੇ ਲਈ, ਸਾਨੂੰ ਪਰਿਵਾਰਕ ਮੈਂਬਰਾਂ ਦੇ ਲਈ ਕਿਤੇ ਨਾ ਕਿਤੇ ਚਿੱਠੀਆਂ ਜ਼ਰੂਰ ਲਿਖਣੀਆਂ ਚਾਹੀਦੀਆਂ ਨੇ, ਕਿਉਂਕਿ ਇਹਦੇ ਵਿੱਚ ਸਾਡੇ ਜਿਹੜੇ ਰਿਸ਼ਤੇ ਨੇ, ਉਹਨਾਂ ਦੇ ਅਹਿਸਾਸ ਨੇ, ਉਹ ਬਣੇ ਰਹਿੰਦੇ ਨੇ। ਬਿਲਕੁਲ। ਸੋ ਮੈਨੂੰ ਲੱਗਦਾ ਕਿ ਹੁਣ ਇਸ ਵਿਸ਼ੇ ਨੂੰ ਇੱਥੇ ਹੀ ਖਤਮ ਕਰਨਾ ਚਾਹੀਦਾ ਆ, ਤੇ ਸਾਡੇ ਜਾਣ ਦਾ ਸਮਾਂ ਵੀ ਹੋ ਚੁੱਕਿਆ। ਸੋ ਇਹਦੇ ਨਾਲ ਹੀ ਹੁਣ ਸਾਨੂੰ ਜਾਣਾ ਚਾਹੀਦਾ ਆ, ਤੇ ਅਗਲੇ ਵਿਸ਼ੇ ਤੇ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ। ਤੇ ਉਦੋਂ ਤੱਕ ਤੁਸੀਂ ਦੇਖਦੇ ਰਹਿਣਾ ਹੈ ਪੰਜਾਬੀ ਨੈਸ਼ਨਲ ਟੀਵੀ, ਤੇ ਸਾਡਾ ਪ੍ਰੋਗਰਾਮ ਕੋਲ ਬਹਿ ਕੇ ਸੁਣ ਸੱਜਣਾ ਨੂੰ ਦੇਖਣਾ ਬਿਲਕੁਲ ਨਹੀਂ ਭੁੱਲਣਾ। ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।